ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਚੌਥਾ। ਵਣਜਾਰਾ। ਇੱਕ ਓੰਕਾਰ ਸਤਿਨਾਮ ਗੁਰ ਪ੍ਰਸਾਦ। ਮਨ ਹਰ ਹਰ ਜਪਨ ਕਰੇ, ਹਰ ਗੁਰ ਸਰਣਾਈ ਭਜ ਪਉ। ਜਿਦੋਂ ਸਭ ਕਿਲ ਵਿਕ ਦੁਖ ਪਰ ਹਰੇ ਰਹਾਉ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਪਾਵਨ ਬਚਨ ਸ਼੍ਰੀ ਰਾਗ ਦੇ ਅੰਦਰ ਜੋ ਆਪ ਜੀ ਨੇ ਸਰਵਨ ਕੀਤੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 82 ਦੇ ਉੱਪਰ ਸੁਭਾਈਮਾਨ ਹੈ। ਸਤਿਗੁਰੂ ਗੁਰੂ ਪਾਤਸ਼ਾਹ ਜੀ ਅੰਮ੍ਰਿਤਮਈ ਬਾਣੀ ਦੇ ਰਾਹੀਂ ਮਨ ਨੂੰ ਸੰਬੋਧਨ ਕਰਦੇ ਨੇ, ਮਨ ਨੂੰ ਸਮਝਾ ਰਹੇ ਨੇ। ਮਨ ਵਣਜਾਰਾ ਹੈ, ਜੋ ਵਣਜ ਕਰਨ ਵਾਸਤੇ ਇਸ ਸਰੀਰਕ ਤਲ ਤੇ ਮਨੁੱਖਾ ਜਨਮ ਦੇ ਵਿੱਚ ਇਹ ਮੌਕਾ, ਇਹ ਵਾਰੀ ਮਿਲੀ ਹੈ ਤਾਂ ਕਿ ਮਨ ਵਣਜਾਰਾ ਬਣ ਕੇ ਪਰਮੇਸ਼ਵਰ ਦੇ ਨਾਮ ਦਾ ਧਨ, ਪਰਮੇਸ਼ਵਰ ਦੇ ਨਾਮ ਦਾ ਸੌਦਾ ਇਕੱਠਾ ਕਰ ਸਕੇ। ਪਰ ਇਹ ਮਨ ਜਿਹੜਾ ਵਣਜਾਰਾ ਸੀ, ਜਿਹੜਾ ਸੌਦਾ ਇਹ ਲੈਣ ਵਾਸਤੇ ਆਇਆ, ਉਹਨੂੰ ਛੱਡ ਕੇ ਇਹ ਮਨ ਹੋਰ ਸੌਦੇ ਇਕੱਠੇ ਕਰਨ ਲੱਗ ਪਿਆ, ਜਿਸ ਕਰਕੇ ਇਸ ਮਨ ਦੇ ਅੰਦਰ ਕੂੜ ਭਰ ਗਿਆ। ਇਸ ਮਨ ਦੇ ਵਿੱਚ ਵਿਕਾਰਾਂ ਦੀ ਮੱਲ ਲੱਗਣੀ ਸ਼ੁਰੂ ਹੋ ਗਈ। ਜਦੋਂ ਇਸ ਮਨ ਵਿੱਚ ਵਿਕਾਰਾਂ ਦੀ ਮੱਲ ਲੱਗੀ ਤਾਂ ਇਹ ਪਰਮੇਸ਼ਵਰ ਦੇ ਨਾਮ ਨੂੰ ਭੁੱਲ ਗਿਆ। ਇਸ ਲਈ ਗੁਰੂ ਰਾਮਦਾਸ ਮਹਾਰਾਜ ਜੀ ਅੱਜ ਦੇ ਅੰਮ੍ਰਿਤਮਈ ਬਚਨਾਂ ਵਿੱਚ ਜੋ ਰਹਾਉ ਵਾਲੀ ਪੰਕਤੀ, ਜੋ ਅੱਜ ਦੇ ਇਸ ਸ਼ਬਦ ਦਾ ਕੇਂਦਰੀ ਭਾਵ ਹੈ, ਮਨ ਨੂੰ ਸਮਝਾਉਂਦੇ ਆ ਕਿ ਮਨਾ ਤੂੰ ਪਰਮੇਸ਼ਵਰ ਦੇ ਨਾਮ ਦਾ ਜਾਪ ਕਰ। ਪਰ ਪਰਮੇਸ਼ਵਰ ਦੇ ਨਾਮ ਦਾ ਜਾਪ ਹੋਵੇ ਕਿਵੇਂ? ਕਿਉਂਕਿ ਮਨ ਤੇ ਪਾਪ ਨਾਲ ਭਰਿਆ ਪਿਆ, ਮਨ ਬੁਰਿਆਈ ਨਾਲ ਭਰਿਆ ਪਿਆ, ਔਰ ਇਸ ਪਾਪ ਬੁਰਿਆਈ ਕਰਕੇ ਦੁੱਖ ਜਿਹੜਾ ਸੀ ਇਹ ਮਨ ਦੇ ਤਲ ਤੇ ਬਣਿਆ ਪਿਆ ਹੈ। ਪਰਮੇਸ਼ਵਰ ਦਾ ਨਾਮ ਜਪਿਆ ਨਹੀਂ ਜਾਂਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਫਿਰ ਤੂੰ ਇੱਦਾਂ ਕਰ, ਤੂੰ ਪੂਰੇ ਗੁਰੂ ਦੀ ਸ਼ਰਨ ਵਿੱਚ ਭੱਜ ਕੇ ਆ ਜਾ। ਭੱਜ ਕੇ ਆਉਣ ਦਾ ਮਤਲਬ ਹੈ ਕਿ ਦੇਰੀ ਨਾ ਕਰ।
ਤੇਰੀ ਜ਼ਿੰਦਗੀ ਦੇ ਸਮੇਂ ਦੇ ਵਿੱਚ ਅੱਗੇ ਹੀ ਬੜੀ ਦੇਰੀ ਹੋ ਚੁੱਕੀ ਹੈ। ਜੇ ਤੂੰ ਆਪਣੀ ਜ਼ਿੰਦਗੀ ਦਾ ਸਮਾਂ ਹੁਣ ਗਵਾਉਣਾ ਨਹੀਂ ਚਾਹੁੰਦਾ ਤਾਂ ਭੱਜ ਕੇ ਤੂੰ ਗੁਰੂ ਦੀ ਸ਼ਰਨ ਵਿੱਚ ਆ। ਤੇਰੇ ਪਾਪ ਵੀ ਨਾਸ਼ ਹੋਣਗੇ, ਤੇਰੇ ਦੁੱਖ ਵੀ ਨਾਸ਼ ਹੋਣਗੇ। ਫਿਰ ਇਹ ਮਨ ਤੂੰ ਪਰਮੇਸ਼ਵਰ ਦੇ ਨਾਮ ਦਾ ਜਾਪ ਕਰ ਸਕਦਾ ਹੈ। ਅੰਮ੍ਰਿਤਮਈ ਬਾਣੀ ਦੇ ਵਿੱਚ ਬਚਨ ਆਉਂਦੇ ਆ ਗੁਰੂ ਅਮਰਦਾਸ ਮਹਾਰਾਜ ਜੀ ਦੇ। ਸਭ ਕਹਿੰਦੇ ਇਹ ਜਗ ਜਲਤਾ ਦੇਖ ਕੇ ਭੱਜ ਪਉ ਸਤਿਗੁਰ ਸ਼ਰਨਾਈ। ਆ ਜਿਹੜਾ ਜਗਤ ਵਿਕਾਰਾਂ ਦੀ ਅੱਗ ਵਿੱਚ ਜਲ ਰਿਹਾ ਹੈ, ਇਹ ਜਗਤ ਜਿਹੜਾ ਬੁਰਿਆਈ ਦੀ ਅੱਗ ਵਿੱਚ ਸੜ ਰਿਹਾ ਹੈ, ਇਹ ਜਗਤ ਜੋ ਈਰਖਾ ਦੀ ਨਫ਼ਰਤ ਦੀ ਅੱਗ ਵਿੱਚ ਸੜ ਰਿਹਾ ਹੈ, ਇਹ ਜਗਤ ਜੋ ਨਸ਼ਿਆਂ ਦੀ ਅੱਗ ਵਿੱਚ ਸੜ ਰਿਹਾ ਹੈ, ਜੇ ਇਹਨਾਂ ਸਾਰੀਆਂ ਹੀ ਅਗਨੀਆਂ ਤੋਂ ਬਚਣਾ ਚਾਹੁੰਦੇ ਆ, ਵਿਕਾਰਾਂ ਦੀ ਅਗਨੀ, ਈਰਖਾ ਦੀ, ਹੰਕਾਰ ਦੀ, ਕ੍ਰੋਧ ਦੀ ਅਗਨੀ, ਨਸ਼ਿਆਂ ਦੀ ਅਗਨੀ, ਇਹਨਾਂ ਤੋਂ ਜੇ ਬਚਣਾ ਚਾਹੁੰਦੇ ਆ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭੱਜ ਕੇ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਓ। ਜੇ ਇਸ ਵਿਕਾਰਾਂ ਦੀ ਅਗਨੀ ਤੋਂ ਬਚਣਾ ਚਾਹੁੰਦੇ ਹੋ, ਇੱਕੋ ਹੀ ਇੱਕ ਤਰੀਕਾ ਹੈ, ਹੋਰ ਕੋਈ ਤਰੀਕਾ ਨਹੀਂ। ਇਹ ਜਗ ਜਲਤਾ ਦੇਖ ਕੇ ਭੱਜ ਪਾਓ ਸਤਿਗੁਰ ਸ਼ਰਨਾਈ। ਸਤਿਗੁਰੂ ਦੀ ਸ਼ਰਨ ਵੱਲ ਭੱਜ ਕੇ ਆ ਜਾਓ। ਸਤਿਗੁਰ ਸੱਚ ਦ੍ਰਿੜਾਇਆ, ਸਦਾ ਸੱਚ ਸੰਜਮ ਰਹਿਣਾ। ਤੇ ਗੁਰੂ ਮਹਾਰਾਜ ਨੇ ਦੱਸਿਆ ਜਿਹੜੇ ਭੱਜ ਕੇ ਭਾਵ ਬਿਨਾਂ ਸਮਾਂ ਜ਼ਿੰਦਗੀ ਦਾ ਗਵਾਇਆ ਹੋਇਆ, ਵੀ ਸਮਾਂ ਨਹੀਂ ਗਵਾਇਆ, ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਗਏ ਤੇ ਸਤਿਗੁਰੂ ਨੇ ਦੱਸਿਆ ਕਿ ਤੁਸੀਂ ਇਸ ਅਗਨੀ ਤੋਂ ਕਿਵੇਂ ਬਚਣਾ ਹੈ। ਇਹ ਜਿਹੜਾ ਜਗਤ ਜਲ ਬਲ ਰਿਹਾ ਹੈ, ਇਹਦਾ ਸੇਕ ਤੁਹਾਨੂੰ ਨਹੀਂ ਲੱਗੇਗਾ। ਤੁਸੀਂ ਇਸ ਅਗਨੀ ਦੀ ਲਪੇਟ ਵਿੱਚ ਨਹੀਂ ਆਓਗੇ। ਕੀ ਕਰਨਾ ਹੈ? ਤੁਸੀਂ ਸੱਚੇ ਨਾਮ ਨੂੰ ਦ੍ਰਿੜ ਕਰ ਲਓ। ਸਤਿਗੁਰ ਸੱਚ ਦ੍ਰਿੜਾਇਆ, ਸੱਚੇ ਨਾਮ ਨੂੰ ਦ੍ਰਿੜ ਕਰਵਾ ਕੇ ਸਦਾ ਸੱਚ ਸੰਜਮ ਰਹਿਣਾ। ਮਹਾਰਾਜ ਕਹਿੰਦੇ ਸਦਾ ਸੱਚ ਨਾਲ ਜੁੜ ਕੇ ਸੰਜਮ ਦੇ ਵਿੱਚ ਰਹੋਗੇ ਤੇ ਇਹ ਜਗਤ ਜਿਹੜਾ ਜਲ ਬਲ ਰਿਹਾ, ਇਹਦਾ ਸੇਕ ਤੁਹਾਡੇ ਤੱਕ ਨਹੀਂ ਪਹੁੰਚੇਗਾ। ਇਹਦੀ ਤੱਤੀ ਹਵਾ ਵੀ ਜਿਹੜੀ ਆ ਉਹ ਤੁਹਾਨੂੰ ਛੂਵੇਗੀ ਨਹੀਂ। ਵਿਕਾਰਾਂ ਦੀ ਅਗਨੀ ਵੀ ਤੁਹਾਨੂੰ ਛੂ ਨਹੀਂ ਸਕਦੀ। ਪਰ ਸੰਜਮ ਦੇ ਵਿੱਚ ਰਹਿ ਕੇ ਤੇ ਪਰਮੇਸ਼ਵਰ ਦੇ ਨਾਮ ਦਾ ਆਸਰਾ ਲੈ ਕੇ ਚੱਲਣਾ। ਜਿੱਥੇ ਗੁਰੂ ਅਮਰਦਾਸ ਮਹਾਰਾਜ ਨੇ ਇਹ ਗੱਲ ਕਹੀ, ਉੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਵੀ ਕਹਿੰਦੇ ਆ, ਕਹਿਣ ਲੱਗੇ ਸਤਿਗੁਰੂ ਦੀ ਸ਼ਰਨ ਵਿੱਚ ਮਨਾ ਭੱਜ ਕੇ ਆ ਜਾ। ਕਿਉਂਕਿ ਸਤਿਗੁਰੂ ਨੇ ਜਿਹੜਾ ਗਿਆਨ ਦੇਣਾ ਤਾਂ ਹੀ ਤੂੰ ਇਹ ਤੇਰਾ ਛੁਟਕਾਰਾ ਹੋਵੇਗਾ। ਸਤਿਗੁਰੂ ਦੇ ਗਿਆਨ ਤੋਂ ਬਿਨਾਂ ਤੇਰਾ ਛੁਟਕਾਰਾ ਨਹੀਂ ਹੋ ਸਕਦਾ। ਅੱਜ ਆ ਜਾਈਏ, ਭਲ ਕੇ ਆ ਜਾਈਏ। ਆਉਣਾ ਸਾਨੂੰ ਸਤਿਗੁਰੂ ਦੀ ਸ਼ਰਨ ਦੇ ਵਿੱਚ ਹੀ ਪੈਣਾ ਹੈ। ਕਿਉਂਕਿ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਹੀ ਸਾਡੀ ਪੈਜ, ਸਾਡੀ ਲਾਜ ਰੱਖੀ ਜਾਣੀ ਹੈ। ਰੋਜ਼ ਇਹ ਅਰਦਾਸ ਹੈ ਮਾਲਕ ਦੇ ਚਰਨਾਂ ਦੇ ਵਿੱਚ। ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ, ਰਾਖੋ ਸ਼ਰਨਾਈ। ਸ਼ਰਨ ਆਈ, ਤੁਹਾਡੀ ਸ਼ਰਨ ਵਿੱਚ ਆਏ ਹਾਂ। ਹੁਣ ਤੁਸੀਂ ਸਾਡੀ ਪੈਜ, ਤੁਸੀਂ ਸਾਡੀ ਲਾਜ ਰੱਖਣੀ ਹੈ। ਅੱਜ ਦੇ ਅੰਮ੍ਰਿਤਮਈ ਬਚਨਾਂ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਇਹ ਕਿਰਪਾ ਕਰਦੇ ਆ। ਮਨ ਵਣਜਾਰਾ ਹੈ ਔਰ ਇਸ ਵਣਜਾਰੇ ਮਨ ਨੂੰ ਸਮਝਾਉਂਦੇ ਆ, ਮਨ ਹਰ ਹਰ ਜਪਨ ਕਰੇ। ਇਹ ਮਨ, ਤੂੰ ਹਰੀ ਦੇ ਨਾਮ ਦਾ ਜਪਨ ਕਰ।
ਮਨ ਵਿੱਚ ਪਰਮੇਸ਼ਵਰ ਦੇ ਨਾਮ ਨੂੰ ਸਿਮਰਿਆ ਕਰ। ਪਰ ਮਨ ਕਹਿੰਦਾ ਵੀ ਕਿਵੇਂ ਸਿਮਰਾਂ, ਕਿਉਂਕਿ ਪਾਪ ਇਕੱਠਾ ਹੋਇਆ ਪਿਆ, ਬੁਰਿਆਈ ਇਕੱਠੀ ਹੋਈ ਪਈ ਹੈ, ਕੂੜ ਨਾਲ ਭਰਿਆ ਪਿਆ ਹਾਂ, ਤੇ ਕੂੜ ਨਾਲ ਭਰ ਕੇ ਨਾਮ ਦਾ ਸਿਮਰਨ ਨਹੀਂ ਹੋ ਸਕਦਾ। ਕੁੜਿਆਰ ਕਦੇ ਬੰਦਗੀ ਨਹੀਂ ਕਰ ਸਕਦੇ, ਕੁੜਿਆਰ ਕਦੇ ਪਰਮੇਸ਼ਵਰ ਦੇ ਨਾਮ ਨੂੰ ਨਹੀਂ ਸਿਮਰ ਸਕਦੇ। ਤੇ ਫਿਰ ਸਾਹਿਬ ਕਹਿੰਦੇ ਜੇ ਤੂੰ ਕੁੜਿਆਰ ਤੋਂ ਸਚਿਆਰ ਹੋਣਾ ਚਾਹੁੰਦਾ ਤੇ ਫਿਰ ਕੀ ਕਰ, ਤੂੰ ਭੱਜ ਕੇ ਸਤਿਗੁਰੂ ਦੀ ਸ਼ਰਨ ਵਿੱਚ ਆ ਜਾ। ਜਦੋਂ ਤੂੰ ਸਤਿਗੁਰੂ ਦੀ ਸ਼ਰਨ ਵਿੱਚ ਆਏਗਾ, ਜਿੰਦ ਕਰਕੇ ਔਰ ਮਨ ਕਰਕੇ ਜੋ ਅੰਦਰ ਪਾਪ ਹੈ, ਦੁੱਖ ਹੈ, ਉਹ ਤੇਰੀ ਜ਼ਿੰਦਗੀ ਵਿੱਚੋਂ ਦੂਰ ਹੋ ਜਾਏਗਾ। ਹਰ ਗੁਰ ਸ਼ਰਨਾਈ ਭਜ ਪਾਓ, ਭੱਜ ਕੇ ਪਾਓ, ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਚਰਨਾਂ ਵਿੱਚ ਪੈ ਜਾ। ਜਿਹੜਾ ਹਰੀ ਦਾ ਰੂਪ ਗੁਰੂ ਹੈ, ਹਰ ਗੁਰ, ਗੁਰ ਪਰਮੇਸ਼ਰ ਏਕੋ ਜਾਨ, ਤੂੰ ਉਸ ਗੁਰੂ ਦੀ ਸ਼ਰਨ ਵਿੱਚ ਆ ਕੇ ਚਰਨਾਂ ਦੇ ਵਿੱਚ ਪੈ ਜਾ। ਸਭ ਕਿਲ ਵਿਖ ਦੁੱਖ ਪਰ ਹਰੇ, ਕਹਿਣ ਲੱਗੇ ਤੇਰੀ ਜ਼ਿੰਦਗੀ ਦੇ ਜਿਹੜੇ ਪਾਪ ਨੇ, ਕਿਲ ਵਿਖ ਪਾਪ, ਦੁੱਖ ਪਰ ਹਰੇ, ਤੇਰੀ ਜ਼ਿੰਦਗੀ ਚੋਂ ਦੁੱਖ ਪਾਪ ਇਹ ਪਰੇ ਹੋ ਜਾਣਗੇ। ਜੇ ਤੂੰ ਪਰਮੇਸ਼ਵਰ ਦਾ ਨਾਮ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਸੁਣੇ ਤਾਂ ਸੁਣਿਆ ਦੁੱਖ ਪਾਪ ਕਾ ਨਾਸ਼, ਤੇਰੇ ਦੁੱਖ ਪਾਪ ਨਾਸ਼ ਹੋ ਜਾਣਗੇ। ਜੇ ਤੂੰ ਕੁੜਿਆਰ ਤੋਂ ਸਚਿਆਰ ਵਾਲੇ ਰਸਤੇ ਉੱਤੇ ਤੁਰੇ, ਹੁਣ ਕੁੜਿਆਰ ਤੋਂ ਸਚਿਆਰ ਹੋਣ ਲਈ ਸਤਿਗੁਰੂ ਦੀ ਸ਼ਰਨ ਵਿੱਚ ਆਉਣਾ ਪੈਣਾ ਹੈ, ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਢਹਿ ਜਾਣਾ ਪਏਗਾ। ਤੇ ਜਦੋਂ ਅਸੀਂ ਕੁੜਿਆਰ ਤੋਂ ਸਚਿਆਰ ਵਾਲੇ ਰਸਤੇ ਚੱਲਾਂਗੇ, ਫਿਰ ਮਹਾਰਾਜ ਜੀ ਕਹਿੰਦੇ ਆ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਤੂੰ ਦੁੱਖ ਆਪਣੀ ਜ਼ਿੰਦਗੀ ਚੋਂ ਪਰੇ ਕਰਕੇ ਸੁੱਖ ਆਪਣੇ ਘਰ ਦੇ ਵਿੱਚ ਲੈ ਜਾਏਗਾ, ਪਰ ਤੈਨੂੰ ਬਿਨਾਂ ਸਮਾਂ ਗਵਾਇਆ ਸਤਿਗੁਰੂ ਦੀ ਸ਼ਰਨ ਵਿੱਚ ਭੱਜ ਕੇ ਆਉਣਾ ਪੈਣਾ ਹੈ। ਜੇ ਤੂੰ ਇਸ ਵਿਕਾਰਾਂ ਤੋਂ, ਦੁੱਖ ਤੋਂ, ਪਾਪ ਤੋਂ ਬਚਣਾ ਚਾਹੁੰਦਾ ਹੈ। ਇਸ ਲਈ ਬਿਨਾਂ ਸਮਾਂ ਗਵਾਇਆ, ਭਾਵ ਇਹ ਮਤ ਸੋਚੀਏ ਕਿ ਕੋਈ ਨਹੀਂ, ਗੁਰੂ ਦੀ ਸ਼ਰਨ ਵਿੱਚ ਜਾਵਾਂਗੇ ਪਰ ਹਜੇ ਨਹੀਂ, ਗੁਰੂ ਵਾਲੇ ਬਣਾਂਗੇ ਪਰ ਹਜੇ ਨਹੀਂ, ਅੰਮ੍ਰਿਤਮਈ ਬਾਣੀ ਦਾ ਪਾਠ ਕਰਾਂਗੇ ਪਰ ਹਜੇ ਨਹੀਂ, ਸੰਗਤ ਵਿੱਚ ਜਾਵਾਂਗੇ ਪਰ ਹਜੇ ਨਹੀਂ, ਕਿਉਂਕਿ ਹਜੇ ਦੁਨੀਆ ਦੇ ਕਾਰ ਵਿਹਾਰ ਕਰਨੇ ਆ, ਦੁਨੀਆ ਦੇ ਹਜੇ ਕੰਮ ਬੜੇ ਸਵਾਰਨ ਵਾਲੇ ਪਏ ਆ। ਪਰ ਸਤਿਗੁਰੂ ਤਾਂ ਇਹ ਕਹਿੰਦੇ ਹੀ ਨਹੀਂ ਕਿ ਮੇਰੀ ਸ਼ਰਨ ਵਿੱਚ ਆਉਣ ਤੋਂ ਬਾਅਦ ਤੂੰ ਦੁਨੀਆ ਦੇ ਕਾਰ ਵਿਹਾਰ ਨਾ ਕਰ। ਸਤਿਗੁਰੂ ਤਾਂ ਕਹਿੰਦੇ ਹੀ ਨਹੀਂ ਕਿ ਜਦੋਂ ਤੂੰ ਮੇਰੀ ਸ਼ਰਨ ਵਿੱਚ ਆ ਜਾਏ ਤੇ ਤੂੰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਨਾ ਕਰ, ਤੂੰ ਆਪਣੇ ਪਰਿਵਾਰ, ਧੀਆਂ ਪੁੱਤਰ ਨੂੰ, ਕੰਮ ਕਾਜ ਨੂੰ ਨਾ ਵੇਖ। ਗੁਰੂ ਸਾਹਿਬ ਤਾਂ ਕਹਿੰਦੇ ਆ ਤੇਰੀ ਸ਼ੁਰੂਆਤ ਹੀ ਕਿਰਤ ਤੋਂ ਕਰਨੀ ਹੈ। ਕਈ ਵਾਰ ਕਈਆਂ ਨੂੰ ਜਦੋਂ ਕਹੀਏ ਉਹ ਇੱਕੋ ਗੱਲ ਕਹਿੰਦੇ ਆ ਵੀ ਹਜੇ ਨਹੀਂ, ਜਦੋਂ ਸਮਾਂ ਆਏਗਾ ਉਦੋਂ ਗੁਰੂ ਵਾਲੇ ਬਣਾਂਗੇ। ਹਜੇ ਨਹੀਂ, ਜਦੋਂ ਸਮਾਂ ਆਏਗਾ ਉਦੋਂ ਸਤਿਗੁਰੂ ਦੀ ਸ਼ਰਨ ਵਿੱਚ ਜੁੜਾਂਗੇ। ਪਰ ਜੋ ਸਤਿਗੁਰੂ ਕਹਿ ਰਹੇ ਆ ਉਹਨੂੰ ਸਮਝਣ ਦੀ ਲੋੜ ਹੈ। ਸਤਿਗੁਰੂ ਕਹਿੰਦੇ ਨੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਹ ਤਿੰਨ ਸਿਧਾਂਤ ਆਪਣੇ ਪੱਲੇ ਬੰਨ ਲੈ। ਤੂੰ ਕਿਰਤ ਵੀ ਕਰ, ਤੂੰ ਆਪਣੇ ਕੰਮ ਕਾਜ ਜਿਹੜੇ ਨੇ ਉਹ ਵੀ ਕਰ। ਉਹ ਜੇ ਉਹਨਾਂ ਕੰਮਾਂ ਕਾਜਾਂ ਵਿੱਚ ਵੀ ਸਤਿਗੁਰੂ ਸਹਾਈ ਹੋ ਜਾਣ। ਇੱਕ ਤਾਂ ਕਾਰਜ ਹੈ ਜਿਹੜਾ ਅਸੀਂ ਆਪਣੇ ਅਧਿਆਤਮਕ ਤਲ ਤੇ ਕਾਰਜ ਪੂਰਾ ਕਰਨਾ ਹੈ, ਪਰ ਜਿਹੜੇ ਸੰਸਾਰਿਕ ਤਲ ਤੇ ਇਹ ਕੰਮ ਨੇ ਸਾਡੇ। ਪਰ ਸਤਿਗੁਰੂ ਸਾਡੇ ਕੰਮ ਵਿੱਚ ਵੀ ਸਹਾਈ ਹੁੰਦੇ ਆ ਤੇ ਸਤਿਗੁਰ ਸਾਡੇ ਕਾਰਜ ਵਿੱਚ ਵੀ ਸਹਾਈ ਹੁੰਦੇ ਆ। ਮਹਾਰਾਜ ਕਹਿੰਦੇ ਤੇਰੇ ਕੰਮ ਦੀ ਵੀ ਤੈਨੂੰ ਚਿੰਤਾ ਨਹੀਂ, ਤੇਰੇ ਕਾਰਜ ਵੀ ਦੀ ਚਿੰਤਾ ਨਹੀਂ, ਬਸ ਲੋੜ ਹੈ ਤੈਨੂੰ ਸਮਾਂ, ਬਿਨਾਂ ਸਮਾਂ ਗਵਾਇਆ ਸ਼ਰਨ ਦੇ ਵਿੱਚ ਆਉਣ ਦੀ ਲੋੜ ਹੈ। ਥਿਰ ਗਰ ਵੈਸੋ ਹਰ ਜਨ ਪਿਆਰੇ,
सतगुर तुमरे काज सवारे, दुष्ट दूत परमेश्वर मारे, जन की पैज रखी कर तारे। ਜਦੋਂ ਅਸੀਂ ਸਤਿਗੁਰੂ ਦੀ ਸ਼ਰਨ ਵਿੱਚ ਆਵਾਂਗੇ ਤਾਂ ਸਤਿਗੁਰੂ ਦੇ ਸਦਕੇ ਕਰਤਾਰ ਅਕਾਲ ਪੁਰਖ ਵਾਹਿਗੁਰੂ ਨੇ ਸਾਡੀ ਪੈਜ ਰੱਖਣੀ ਹੈ। ਔਰ ਜਿੰਨੇ ਵੀ ਸਾਡੇ ਦੁਸ਼ਟ ਨੇ, ਸਾਡੇ ਦੁਸ਼ਮਣ ਨੇ ਸਾਡੀ ਜ਼ਿੰਦਗੀ ਦੇ, ਮਨੁੱਖਤਾ ਦੇ, ਇਨਸਾਨੀਅਤ ਦੇ, ਔਰ ਧਿਆਨ ਰੱਖਿਓ ਜ਼ਰੂਰੀ ਨਹੀਂ ਕਿ ਦੁਸ਼ਮਣ ਬਾਹਰੋਂ ਚੱਲ ਕੇ ਆਏਗਾ। ਦੁਸ਼ਮਣ ਤੇ 24 ਘੰਟੇ ਅਸੀਂ ਨਾਲ ਲਈ ਫਿਰਦੇ ਹਾਂ। 24 ਘੰਟੇ ਦੁਸ਼ਮਣ ਸਾਡੇ ਨਾਲ ਹੈ ਔਰ ਹਰ ਵੇਲੇ ਸਾਡੇ ਨਾਲ ਜੁੜਿਆ ਹੋਇਆ ਉਹ ਦੁਸ਼ਮਣ, ਉਹ ਦੁਸ਼ਟ ਜਿਹੜੇ ਨੇ ਅਸੀਂ ਹਰ ਵੇਲੇ ਆਪਣੇ ਨਾਲ ਰੱਖੀ ਫਿਰਦੇ ਹਾਂ। ਸਤਿਗੁਰੂ ਮਹਾਰਾਜ ਕਹਿੰਦੇ ਤੂੰ ਸ਼ਰਨ ਦੇ ਵਿੱਚ ਆ ਕੇ ਜੁੜ, ਮਨ ਕਰਕੇ ਪਰਮੇਸ਼ਵਰ ਦੇ ਨਾਮ ਨਾਲ ਜੁੜ। ਇਹ ਦੁਸ਼ਟ ਦੂਤ ਪਰਮੇਸ਼ਰ ਮਾਰੇ। ਇਹਨਾਂ ਦੁਸ਼ਟਾਂ ਤੋਂ ਛੁਟਕਾਰਾ ਕਿਵੇਂ ਦਿਵਾਉਣਾ ਹੈ ਇਹ ਫਿਰ ਸਤਿਗੁਰੂ ਜਾਣਦੇ ਆ। ਦੁਸ਼ਟ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਨਿਤ ਦੇ ਨੇਮ ਵਿੱਚ ਵੀ ਅਸੀਂ ਇਹੀ ਅਰਦਾਸ ਕਰਦੇ ਹਾਂ, ਮਹਾਰਾਜ ਹੁਣ ਤੇ ਇੱਕ ਕਦਮ ਰਹਿ ਗਿਆ ਆਨੰਦ ਤੱਕ ਪਹੁੰਚਣ ਨੂੰ। ਬਸ ਇੱਕ ਕਦਮ ਹੀ ਅੱਗੇ ਵਧਾਉਣਾ ਨਾ ਆਨੰਦ ਤੱਕ ਪਹੁੰਚਣ ਲਈ। ਪਰ ਉਸ ਆਨੰਦ ਤੱਕ ਪਹੁੰਚਣ ਤੋਂ ਪਹਿਲਾਂ ਕਿਤੇ ਦੁਸ਼ਟ ਨਾ ਆ ਜਾਣ, ਇਹ ਕਿਤੇ ਬਣੀ ਬਣਾਈ ਖੇਡ ਨੂੰ ਵਿਗਾੜ ਨਾ ਦੇਣ। ਮਸਾਂ ਮਸਾਂ ਜਪ ਤੋਂ ਜਾਪ ਤੋਂ ਅੱਗੇ ਤੁਰਿਆ ਤੇ ਇਹ ਕਿਤੇ ਰਸਤੇ ਵਿੱਚ ਰੁਕਾਵਟ ਨਾ ਪੈਦਾ ਕਰ ਦੇਣ। ਇੱਕ ਕਦਮ ਵੀ ਸਾਨੂੰ ਆਨੰਦ ਤੋਂ ਰੋਕ ਸਕਦਾ ਹੈ। ਇੱਕ ਕਦਮ, ਸਾਰੀਆਂ ਪੌੜੀਆਂ ਚੜ੍ਹ ਜਾਓ, ਅਖੀਰਲੀ ਪੌੜੀ ਤੇ ਪੈਰ ਫਿਸਲ ਗਿਆ ਤੇ ਜਿੰਨੀ ਪੌੜੀਆਂ ਚੜ੍ਹ ਕੇ ਆਇਓ ਸਾਰੀਆਂ ਬੇਕਾਰ ਹੋ ਜਾਣੀਆਂ। ਇਸ ਲਈ ਆਨੰਦ ਤੱਕ ਪਹੁੰਚਣ ਲੱਗੇ ਆ ਤੇ ਮਹਾਰਾਜ ਸਾਡੇ ਤੇ ਹੁਣ ਕਿਰਪਾ ਕਰ ਦਿਓ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ। ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਇਹ ਜਿਹੜੇ ਦੁਸ਼ਟ ਦੋਖੀ ਨੇ ਨਾ ਮੇਰੀ ਜ਼ਿੰਦਗੀ ਦੇ, ਮੇਰੀ ਮਨੁੱਖਤਾ ਇਨਸਾਨੀਅਤ ਦੇ, ਬਚਾਈ ਤੁਸੀਂ ਬਚਾ ਲਓ। ਜਦੋਂ ਬਚਾ ਲਓਗੇ ਫਿਰ ਆਨੰਦ ਤੱਕ ਪਹੁੰਚਣਾ ਸੌਖਾ ਹੋ ਜਾਏਗਾ। ਇਸ ਲਈ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਆ, ਹਰ ਗੁਰ ਸ਼ਰਨਾਈ ਭੱਜ ਪਾਓ। ਬਿਨਾਂ ਦੇਰੀ ਲਾਇਆ, ਬਿਨਾਂ ਸਮਾਂ ਗਵਾਇਆ ਇਹ ਮਤ ਕਹੋ ਕਿ ਹਜੇ ਨਹੀਂ। ਗੁਰੂ ਵਾਲੇ ਬਣਨਾ ਹਜੇ ਨਹੀਂ। ਦੁਨੀਆ ਦੇ ਕਾਰ ਵਿਹਾਰ ਕਰਨੇ ਆ, ਬੰਦਾ ਕਹਿੰਦਾ ਹੁਣੇ ਹੀ ਨਿਬੇੜ ਲਓ, ਕੱਲ ਦਾ ਕੀ ਪਤਾ। ਤੇ ਜਦੋਂ ਆਪਾਂ ਗੁਰੂ ਵਾਲੇ ਬਣਨ ਦੀ ਗੱਲ ਕਰੀਏ ਤੇ ਫਿਰ ਬੰਦਾ ਕਹਿੰਦਾ ਅੱਜ ਨਹੀਂ ਕੱਲ ਸਹੀ। ਤੇ ਜੇ ਦੁਨੀਆ ਦੇ ਕਾਰ ਵਿਹਾਰ ਲਈ ਬੰਦਾ ਕਹਿੰਦਾ ਕੱਲ ਕਿਹਨੇ ਵੇਖੀ ਹੈ, ਵੀ ਅੱਜ ਹੀ ਨਿਬੇੜ ਲਓ ਜਿਹੜੇ ਸੌਦੇ ਨਿਬੇੜਨੇ ਆ, ਕੱਲ ਦਾ ਕੀ ਪਤਾ। ਤੇ ਇਸੇ ਤਰ੍ਹਾਂ ਇਹ ਵੀ ਤਾਂ ਸਮਝੋ ਜੇ ਅੱਜ ਆਪਾਂ ਗੁਰੂ ਵਾਲੇ ਨਾ ਬਣੇ ਤੇ ਕੱਲ ਪਤਾ ਨਹੀਂ ਕੀ ਸਮਾਂ ਮਿਲਣਾ ਕਿ ਨਹੀਂ ਮਿਲਣਾ। ਕੱਲ ਨੂੰ ਸਾਨੂੰ ਸਾਡੀ ਜ਼ਿੰਦਗੀ ਦਾ ਸਮਾਂ ਕੈਸਾ ਆਉਣਾ ਹੈ ਸਾਨੂੰ ਨਹੀਂ ਪਤਾ। ਅੱਜ ਦਿਨ ਚੜ੍ਹਿਆ, ਸਾਰਾ ਦਿਨ ਕੈਸਾ ਕਿਸ ਤਰ੍ਹਾਂ ਦਾ ਬਤੀਤ ਹੋਣਾ ਹੈ ਸਾਨੂੰ ਨਹੀਂ ਪਤਾ। ਪਰ ਅਸੀਂ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਸਤਿਗੁਰੂ ਦਾ ਆਸਰਾ ਲੈ ਕੇ ਚੱਲੀਏ ਕਿ ਮਹਾਰਾਜ ਜੀ ਤੁਸੀਂ ਸਾਡੇ ਅੰਗ ਸੰਗ ਰਹੋਗੇ, ਫਿਰ ਸਾਨੂੰ ਕੋਈ ਫਿਕਰ ਨਹੀਂ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ। ਇਤਿਹਾਸ ਰਾਤੀ ਤੁਸੀਂ ਸੁਣਿਆ ਹੋਏਗਾ, ਮਹਾਰਾਜ ਜੀ ਗੰਗਾ ਦੇ ਕਿਨਾਰੇ ਪਹੁੰਚੇ ਤੇ ਸੂਰਜ ਨੂੰ ਪਾਣੀ ਦੇਣ ਵਾਲੇ ਜਿਹੜੇ ਆ ਉਹ ਦੇ ਰਹੇ ਨੇ ਪਾਣੀ। ਮਹਾਰਾਜ ਖੇਤਾਂ ਵੱਲ ਨੂੰ ਮੂੰਹ ਕਰਕੇ ਪਾਣੀ ਦੇਣ ਲੱਗੇ ਤੇ ਉਹਨਾਂ ਨੇ ਪੁੱਛਿਆ ਇਹ ਕੀ? ਕਹਿੰਦੇ ਮੈਂ ਖੇਤਾਂ ਤੱਕ ਪਹੁੰਚਾਉਣਾ। ਉਹ ਕਹਿੰਦੇ ਤੁਸੀਂ? ਕਹਿੰਦੇ ਅਸੀਂ ਤੇ ਪਿਤਰਾਂ ਤੱਕ ਪਹੁੰਚਾ ਰਹੇ ਹਾਂ। ਤੇ ਮਹਾਰਾਜ ਕਹਿੰਦੇ ਜੇ ਮੇਰੇ ਖੇਤਾਂ ਤੱਕ ਪਾਣੀ ਨਹੀਂ ਪਹੁੰਚ ਸਕਦਾ ਤਾਂ ਤੁਹਾਡੇ ਪਿਤਰਾਂ ਤੱਕ, ਹਜ਼ਾਰਾਂ ਕੋਹ ਤੱਕ ਕਿਵੇਂ ਪਹੁੰਚੇਗਾ ਜੋ ਤੁਸੀਂ ਮੰਨਦੇ ਹੋ। ਫਿਰ ਕੋਈ ਕਿਸ ਤਰ੍ਹਾਂ, ਕੋਈ ਕਿਸ ਤਰ੍ਹਾਂ, ਕੋਈ ਕਿਸ ਤਰ੍ਹਾਂ ਬੈਠ ਗਿਆ ਕਿਨਾਰਿਆਂ ਤੇ, ਕੋਈ ਮਾਲਾ ਫੇਰਨ ਲੱਗ ਗਿਆ, ਕੋਈ ਮੰਤਰ ਪੜਨ ਲੱਗ ਗਿਆ, ਕੋਈ ਕੁਛ। ਸਤਿਗੁਰੂ ਮਹਾਰਾਜ ਨੇ ਆਖਿਆ ਵੀ ਜਿਸ ਤਰ੍ਹਾਂ ਤੁਸੀਂ ਬੈਠੇ ਹੋ ਨਾ, ਇਵੇਂ ਜੰਮ ਤੋਂ ਛੁਟਕਾਰਾ ਨਹੀਂ ਹੋਣਾ।
ਇਸ ਤਰ੍ਹਾਂ ਤੁਹਾਡਾ ਜਮ ਤੋਂ ਛੁਟਕਾਰਾ ਨਹੀਂ ਹੋਣਾ, ਦੁੱਖਾਂ ਤੋਂ ਛੁਟਕਾਰਾ ਨਹੀਂ ਹੋਣਾ। ਸਾਰੇ ਹੀ ਭੱਜ ਕੇ ਗੁਰੂ ਕੋਲ ਆ ਗਏ ਵੀ ਇਹ ਤੁਸੀਂ ਕੀ ਕਹਿ ਦਿੱਤਾ? ਅਸੀਂ ਮਾਲਾ ਫੇਰ ਰਹੇ ਹਾਂ, ਅਸੀਂ ਮੰਤਰ ਦਾ ਜਾਪ ਕਰ ਰਹੇ ਹਾਂ, ਅਸੀਂ ਆਪਣਾ ਪਾਠ ਕਰ ਰਹੇ ਹਾਂ, ਤੁਸੀਂ ਕਹਿੰਦੇ ਜਮ ਦੇ ਵਸ ਪਾਓਗੇ। ਮਹਾਰਾਜ ਕਹਿੰਦੇ ਬਿਲਕੁਲ ਠੀਕ ਹੈ, ਕਿਉਂਕਿ ਤੁਸੀਂ ਤਨ ਕਰਕੇ ਮਾਲਾ ਲੈ ਕੇ ਬੈਠੇ ਹੋ, ਮਨ ਤਾਂ ਤੁਹਾਡਾ ਕਿਤੇ ਹੋਰ ਫਿਰਦਾ ਹੈ। ਰਾਤ ਇਤਿਹਾਸ ਜਿਨ੍ਹਾਂ ਸੁਣਿਆ, ਮਹਾਰਾਜ ਕਹਿੰਦੇ ਤੇਰਾ ਮਨ ਤੇ ਮੁਲਤਾਨ ਵਿੱਚ ਫਿਰਦਾ ਹੈ, ਤੇਰਾ ਮਨ ਤੇ ਕਾਬਲ ਵਿੱਚ ਫਿਰਦਾ ਹੈ, ਤੇਰਾ ਮਨ ਤੇ ਦਿੱਲੀ ਵਿੱਚ ਫਿਰਦਾ ਹੈ। ਬਾਜ਼ਾਰਾਂ ਦੇ ਵਿੱਚ ਸੌਦਾ ਦੇਖ ਰਿਹਾ ਹੈ ਵੀ ਕਿਹਦੇ ਵਿੱਚੋਂ ਮੁਨਾਫਾ ਹੋਏਗਾ, ਕਿਹਦੇ ਚੋਂ ਨਹੀਂ, ਕਿਹਦੇ ਚੋਂ ਲਾਭ ਹੋਏਗਾ, ਕਿਹਦੇ ਚੋਂ ਘਾਟਾ ਪਏਗਾ। ਮੁਖ ਤੋਂ ਮੰਤਰ ਜਪ ਰਿਹਾ ਹੈ, ਪਰ ਮਨ ਅੰਦਰ ਹੋਰ ਹੀ ਸੌਦੇਬਾਜ਼ੀ ਕਰ ਰਿਹਾ ਹੈ। ਤੇ ਕਿਵੇਂ ਦੁੱਖ ਅੰਦਰੋਂ ਕੱਟਿਆ ਜਾਏਗਾ, ਪਾਪ ਅੰਦਰ ਨਾਸ਼ ਕਿਵੇਂ ਹੋਏਗਾ? ਉਹ ਭੱਜ ਕੇ ਸਾਰੇ ਹੀ ਆ ਗਏ ਗੁਰੂ ਦੀ ਸ਼ਰਨ ਵਿੱਚ। ਮਹਾਰਾਜ ਉਪਦੇਸ਼ ਦਿਓ, ਸਾਨੂੰ ਸਮਝ ਆ ਗਈ, ਸਾਨੂੰ ਸੋਝੀ ਦਿਓ, ਸਮਝ ਆ ਗਈ। ਫਿਰ ਗੁਰੂ ਸਾਹਿਬ ਨੇ ਕਿਹਾ ਵੀ ਮਨ ਕਰਕੇ ਜਪੋਗੇ ਤਾਂ ਗੱਲ ਬਣਨੀ ਹੈ, ਤਨ ਕਰਕੇ ਰਟਨ ਜਪਨ ਤਾਂ ਹੋ ਹੀ ਰਿਹਾ ਹੈ। ਕੋਈ ਕਮੀ ਨਹੀਂ ਹੈ ਤਨ ਕਰਕੇ ਜਪਣ ਵਾਲਿਆਂ ਦੀ, ਕਮੀ ਹੈ ਮਨ ਕਰਕੇ ਜਪਣ ਵਾਲਿਆਂ ਦੀ। ਜਿੰਨਾ ਅਸੀਂ ਤਨ ਕਰਕੇ ਦੇਖ ਰਹੇ ਹਾਂ ਨਾ, ਧਰਮੀ ਬਣੇ ਆ, ਜਿੰਨੇ ਅਸੀਂ ਤਨ ਕਰਕੇ ਜਪ ਵਿੱਚ ਜੁੜੇ ਆ, ਉਨਾ ਹੀ ਪਾਪ ਵੀ ਨਜ਼ਰ ਆ ਰਿਹਾ ਹੈ, ਬੁਰਿਆਈ ਵੀ ਨਜ਼ਰ ਆ ਰਹੀ ਹੈ, ਇਨਸਾਨੀਅਤ ਵੀ ਸ਼ਰਮਸਾਰ ਹੋ ਰਹੀ ਨਜ਼ਰ ਆ ਰਹੀ ਹੈ। ਇਹਦਾ ਮਤਲਬ ਸਿਰਫ ਤਨ ਕਰਕੇ ਹੀ ਜੁੜੇ ਆ, ਮਨ ਕਰਕੇ ਨਹੀਂ ਜੁੜੇ। ਜਿਸ ਦਿਨ ਮਨ ਕਰਕੇ ਜੁੜ ਜਾਾਂਗੇ, ਉਸ ਦਿਨ ਬੁਰਾਈਆਂ ਤੋਂ, ਕੂੜ ਤੋਂ ਸਾਡਾ ਛੁਟਕਾਰਾ ਹੋ ਜਾਏਗਾ। ਉਸ ਦਿਨ ਅਸੀਂ ਪਾਪ ਤੋਂ ਬਚ ਜਾਵਾਂਗੇ, ਬੁਰਾਈ ਤੋਂ ਬਚ ਜਾਵਾਂਗੇ, ਜਿਸ ਦਿਨ ਮਨ ਕਰਕੇ ਅਸੀਂ ਜੁੜਾਂਗੇ। ਤੇ ਗੁਰੂ ਸਾਹਿਬ ਜੀ ਦਾ ਮਕਸਦ ਤੁਹਾਨੂੰ ਮਨ ਕਰਕੇ ਜੋੜਨ ਦਾ ਹੈ, ਤਨ ਕਰਕੇ ਜੋੜਨ ਦਾ ਨਹੀਂ। ਇਸੇ ਲਈ ਮਹਾਰਾਜ ਨੇ ਸਾਨੂੰ ਹੋਲੀ ਵਿੱਚੋਂ ਕੱਢ ਕੇ ਹੋਲੇ ਮਹੱਲੇ ਦੇ ਨਾਲ ਜੋੜਿਆ ਵੀ ਤੁਸੀਂ ਮਨ ਕਰਕੇ ਜੁੜੋ, ਤਨ ਕਰਕੇ ਨਹੀਂ। ਤੁਸੀਂ ਮਨ ਕਰਕੇ ਰੰਗੇ ਜਾਓ, ਤਨ ਕਰਕੇ ਨਹੀਂ। ਪਰ ਦੇਖੋ ਅੱਜ ਕਿਵੇਂ ਬਾਹਰ ਦੇ ਤਨ ਰੰਗੇ ਜਾਣੇ ਆ। ਰੰਗਣਾ ਸੀ ਜਿਹਦੇ ਵਿੱਚ ਸਾਡੀਆਂ ਮੰਦੀਆਂ ਵਾਸ਼ਨਾਵਾਂ ਖਤਮ ਹੋ ਜਾਂਦੀਆਂ। ਰੰਗਣਾ ਸੀ ਆਪਣੇ ਆਪ ਨੂੰ ਵੀ ਤੇ ਦੂਜਿਆਂ ਨੂੰ ਵੀ ਰੰਗਣਾ ਸੀ, ਜਿਹਦੇ ਨਾਲ ਸਾਡੇ ਅੰਦਰ ਦੀ ਬੁਰਾਈ ਖਤਮ ਹੋ ਜਾਂਦੀ। ਇੱਕ ਤਾਂ ਵੈਸੇ ਹੀ ਸਾਨੂੰ ਧਰਮ ਜਾਤ ਪਾਤ ਦੇ ਨਾਮ ਦੇ ਵਿੱਚ ਵੰਡ ਕੇ ਤੇ ਇਸ ਹੋਲੀ ਦਾ ਜਿਹੜਾ ਖੇਡਣਾ ਇਹ ਵੀ ਵੰਡ ਦਿੱਤਾ ਕਿ ਉੱਚੀ ਜਾਤੀਆਂ ਵਾਲੇ ਇਤਰ ਦੇ ਨਾਲ, ਵਧੀਆ ਰੰਗਾਂ ਦੇ ਨਾਲ, ਤੇ ਨੀਵੀਂ ਜਾਤੀਆਂ ਵਾਲੇ ਚਿੱਕੜ ਦੇ ਨਾਲ ਇਹ ਖੇਡਣਗੇ। ਇਹ ਵਿਤਕਰੇ ਸਾਰੇ ਹੀ ਮਿਟਾ ਕੇ ਮਹਾਰਾਜ ਨੇ ਆਖਿਆ ਸੀ ਆਓ ਪਰਮੇਸ਼ਵਰ ਦੇ ਨਾਮ ਦੇ ਰੰਗ ਵਿੱਚ ਰੰਗੋ। ਇਹ ਪੱਕਾ ਰੰਗ ਹੈ, ਕੱਚੇ ਰੰਗ ਦੇ ਖੇਡ ਕੇ ਕੀ ਫਾਇਦਾ? ਇਹ ਕੁਝ ਪਲਾਂ ਦੀ ਖੁਸ਼ੀ ਤੁਹਾਡੇ ਮਨ ਨੂੰ ਦੇਗੀ, ਪਰ ਬਾਅਦ ਵਿੱਚ ਫਿਰ ਤੁਹਾਡਾ ਚਮੜੀ ਨੂੰ ਵੀ ਨੁਕਸਾਨ ਹੋ ਜਾਏਗਾ। ਫਿਰ ਅੱਜ ਦੇਖੋ ਨਸ਼ਿਆਂ ਵਿੱਚ ਧੁੱਤ ਹੋ ਕੇ ਅਸੀਂ ਕਿਸੇ ਦੀ ਧੀ, ਕਿਸੇ ਦੀ ਭੈਣ ਸਾਨੂੰ ਨਜ਼ਰ ਨਹੀਂ ਆਉਣੀ, ਕੋਈ ਬਜ਼ੁਰਗ ਨਜ਼ਰ ਨਹੀਂ ਆਉਣਾ, ਕੋਈ ਬਿਮਾਰ ਨਜ਼ਰ ਨਹੀਂ ਆਏਗਾ। ਬਸ ਅਸੀਂ ਨਸ਼ਿਆਂ 'ਚ ਧੁੱਤ ਹੋ ਕੇ ਹੁੱਲੜਬਾਜੀ ਕਰਦਿਆਂ ਗਲੀਆਂ ਬਾਜ਼ਾਰਾਂ ਦੇ ਵਿੱਚ ਨੱਚਦੇ ਟੱਪਦੇ ਨਜ਼ਰ ਆਵਾਂਗੇ। ਫਿਰ ਇਹੋ ਜਿਹੇ ਰੰਗਾਂ ਦੀ ਹੋਲੀ ਖੇਡਣ ਦਾ ਕੀ ਲਾਭ ਹੈ? ਸਾਨੂੰ ਮਹਾਰਾਜ ਨੇ ਆਖਿਆ ਉਹ ਰੰਗ ਦੀ ਹੋਲੀ ਖੇਡ ਜਿਹਦੇ ਨਾਲ ਤੇਰੀ ਵੀ ਇੱਜ਼ਤ ਬਣੀ ਰਹੇ ਤੇ ਤੂੰ ਦੂਜਿਆਂ ਦੀ ਵੀ ਇੱਜ਼ਤ ਦਾ ਧਿਆਨ ਰੱਖ ਸਕੇ। ਤੂੰ ਉਹ ਵਾਲੀ ਹੋਲੀ ਖੇਡ ਕਿ ਤੇਰੇ ਅੰਦਰ ਵੀ ਵਾਸ਼ਨਾਵਾਂ ਪੈਦਾ ਨਾ ਹੋਣ ਤੇ ਦੂਜਿਆਂ ਦੇ ਅੰਦਰ ਵੀ ਵਾਸ਼ਨਾਵਾਂ ਪੈਦਾ ਨਾ ਹੋਣ। ਤੂੰ ਉਹ ਵਾਲੀ ਹੋਲੀ ਖੇਡ ਜਿਹਦੇ ਨਾਲ ਤੇਰੇ ਅੰਦਰ ਵੀ ਵਿਕਾਰ ਪੈਦਾ ਨਾ ਹੋਣ ਤੇ ਦੂਜਿਆਂ ਦੇ ਅੰਦਰ ਵੀ ਵਿਕਾਰ ਪੈਦਾ ਨਾ ਹੋਣ। ਉਹ ਨਾਮ ਦਾ ਰੰਗ ਆਪਣੇ ਅੰਦਰ ਚਾੜ। ਜਿਹੜੇ ਤੂੰ ਕੱਚੇ ਰੰਗ ਜਿਹੜੇ ਨੇ, ਇਹ ਕੱਚੇ ਰੰਗ ਫਿੱਕੇ ਪੈ ਜਾਂਦੇ ਆ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ। ਤੇ ਅਸੀਂ ਹੋਲੀ ਕਿਹਦੇ ਨਾਲ ਖੇਡਣੀ ਹੈ? ਅਸੀਂ ਖੇਲਣੀ ਹੈ ਹੋਲੀ ਕੀਨੀ ਸੰਤ ਸੇਵ। ਅਸੀਂ ਗੁਰੂ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਦੇ ਨਾਲ
ਸਤ ਸੰਗਤ ਦੇ ਵਿੱਚ ਰਲ ਕੇ ਇਹ ਹੋਲੀ ਖੇਡਣੀ ਹੈ। ਉਹ ਰੰਗ ਕਿਹੜਾ ਲੈਣਾ ਹੈ? ਗੁਰਬਾਣੀ ਦਾ। ਅਸੀਂ ਗੁਰਬਾਣੀ ਦਾ ਰੰਗ ਲੈ ਕੇ ਆਪਣੇ ਅੰਦਰ ਵੀ ਮਨ ਨੂੰ ਚਾੜਨਾ ਹੈ, ਤੇ ਸੰਗਤ ਵਿੱਚ ਵੀ ਇਹ ਰੰਗ ਜਿਹੜਾ ਇੱਕ ਦੂਜੇ ਨਾਲ ਆਪਾਂ ਇਹ ਰੰਗ ਚੜ੍ਹਨਾ ਤੇ ਚੜਾਉਣਾ। ਆਪ ਜਪੋ ਅਵਰਾ ਨਾਮ ਜਪਾਵੋ, ਇਹ ਰੰਗ ਹੀ ਚੜ੍ਹਨਾ ਸੀ। ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ, ਇਹ ਰੰਗ ਹੀ ਚੜ੍ਹਨਾ ਸੀ ਦੂਜਿਆਂ ਨੂੰ। ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ। ਲਾਲ ਰੰਗ ਦੀ ਹੋਲੀ ਆ ਜਿਹੜੀ ਗੁਰਬਾਣੀ ਵਾਲੀ ਹੈ। ਇਹਦੇ ਨਾਲ ਤੁਹਾਡੇ ਚਿਹਰੇ ਤੇ ਵੀ ਲਾਲੀ, ਤੁਹਾਡੇ ਮਨ ਵਿੱਚ ਵੀ ਲਾਲੀ ਆਏਗੀ, ਰੰਗਤ ਆਏਗੀ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵਈ ਨ ਲਾਗਾ ਦਾਗਾ। ਮਹਾਰਾਜ ਕਹਿੰਦੇ ਦਾਗ ਨਹੀਂ ਲੱਗੇਗਾ ਤੁਹਾਡੀ ਆਤਮਾ ਨੂੰ, ਤੁਹਾਡੇ ਆਚਰਣ ਨੂੰ, ਤੁਹਾਡਾ ਕਰੈਕਟਰ ਮੈਲਾ ਨਹੀਂ ਹੋਏਗਾ। ਤੁਸੀਂ ਕਰੈਕਟਰ ਕਰਕੇ ਉੱਚੇ ਸੁੱਚੇ ਹੋ ਜਾਓਗੇ, ਆਚਰਣ ਕਰਕੇ ਉੱਚੇ ਸੁੱਚੇ ਹੋ ਜਾਓਗੇ। ਇਹ ਵਾਲੀ ਹੋਲੀ ਜਿਹੜੀ ਨਾਮ ਦੀ ਹੈ, ਇਹ ਤੁਹਾਨੂੰ ਮੈਲਾ ਨਹੀਂ ਹੋਣ ਦੇਗੀ। ਇਹ ਤੁਹਾਡੇ ਮਨ ਵਿੱਚ ਹਰ ਵੇਲੇ ਤੁਹਾਨੂੰ ਚੇਤੇ ਕਰਾਏਗੀ ਕਿ ਪਰ ਬੇਟੀ ਕੋ ਬੇਟੀ ਜਾਣੈ। ਇਹ ਤੁਹਾਨੂੰ ਚੇਤੇ ਕਰਾਏਗੀ ਕਿ ਭੈਣਾਂ ਨੂੰ ਕਿਸ ਤਰ੍ਹਾਂ ਭੈਣਾਂ ਕਰਕੇ ਜਾਣਨਾ, ਮਾਵਾਂ ਨੂੰ ਕਿਵੇਂ ਮਾਵਾਂ ਕਰਕੇ ਜਾਣਨਾ। ਇਹ ਨਾਮ ਦੇ ਰੰਗ ਵਿੱਚ ਖੇਲੀ ਹੋਈ ਹੋਲੀ ਸਾਨੂੰ ਇਹ ਚੇਤੇ ਕਰਵਾਏਗੀ ਹਰ ਵੇਲੇ। ਇਸ ਲਈ ਮਹਾਰਾਜ ਕਹਿੰਦੇ ਖੇਡਣਾ ਤੇ ਆਹ ਵਾਲੀ ਹੋਲੀ ਖੇਡੋ ਨਾਮ ਦੇ ਰੰਗ ਦੀ। ਜਦੋਂ ਆਹ ਨਾਮ ਦੇ ਰੰਗ ਦੀ ਹੋਲੀ ਖੇਡੋਗੇ ਫਿਰ ਤੁਹਾਨੂੰ ਹੋਲਾ ਮਹੱਲਾ, ਫਿਰ ਤੁਹਾਨੂੰ ਅੰਦਰ ਦੀ ਬਾਜੀ ਜਿੱਤਣੀ ਆ ਜਾਏਗੀ। ਕਿਉਂਕਿ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ। ਸਾਨੂੰ ਮਹਾਰਾਜ ਤਾਂ ਹੀ ਆਖਿਆ ਸੀ, ਕਹਿੰਦੇ ਔਰਨ ਕੀ ਹੋਲੀ ਮਮ ਹੋਲਾ। ਹੋਰਾਂ ਵਾਸਤੇ ਇਹ ਹੋਲੀ ਹੈ ਪਰ ਸਾਡੇ ਲਈ ਹੋਲਾ, ਕਿਉਂਕਿ ਅਸੀਂ ਹੱਲਾ ਬੋਲ ਕੇ ਆਪਣੀ ਜ਼ਿੰਦਗੀ ਦੀ ਬਾਜੀ ਨੂੰ ਜਿੱਤਣਾ ਹੈ। ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਇਹ ਪਲਟਨ ਹੈ, ਬੜੀ ਤਕੜੀ ਪਲਟਨ ਹੈ, ਇਹ ਅਸੀਂ ਇਹਨੂੰ ਹਰਾਉਣਾ ਹੈ ਔਰ ਇਹਨੂੰ ਹਰਾ ਕੇ ਅਸੀਂ ਜ਼ਿੰਦਗੀ ਦੀ ਬਾਜੀ ਨੂੰ ਜਿੱਤਣਾ ਹੈ। ਕੋਸ਼ਿਸ਼ ਕਰੀਏ ਕਿ ਜਦੋਂ ਦੁਨੀਆ ਦੇ ਰੰਗ ਵਿੱਚ ਰੰਗੇ ਹੋਏ ਸਾਨੂੰ ਮੰਦੀ ਵਾਸ਼ਨਾ ਵੱਲ, ਨਸ਼ਿਆਂ ਵੱਲ, ਵਿਕਾਰਾਂ ਵੱਲ ਲੈ ਜਾਣ, ਤੇ ਸਾਡੇ ਅੰਦਰ ਜੇ ਨਾਮ ਦਾ ਰੰਗ ਲੱਗਾ ਹੋਏਗਾ, ਇਹ ਜਿਹੜੇ ਵਿਕਾਰ ਨੇ ਇਹ ਸਾਡੇ ਤੇ ਜ਼ੋਰ ਨਹੀਂ ਆਪਣਾ ਪਾ ਸਕਦੇ। ਗੁਰਮੁਖਾਂ ਦੀ ਸੰਗਤ ਵਿੱਚ ਆ ਕੇ, ਰੰਗ ਰਤੜੀਆਂ ਰੂਹਾਂ ਦੀ ਸੰਗਤ ਵਿੱਚ ਆ ਕੇ ਅਸੀਂ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਰੰਗਣਾ ਹੈ। ਤੇ ਜੇ ਤੁਸੀਂ ਵਿਕਾਰਾਂ ਦੀ ਹੋਲੀ ਤੋਂ ਬਚਣਾ ਚਾਹੁੰਦੇ ਹੋ, ਜੇ ਤੁਸੀਂ ਮੰਦੀ ਵਾਸ਼ਨਾਵਾਂ ਵਾਲੀ ਹੋਲੀ ਤੋਂ ਬਚਣਾ ਚਾਹੁੰਦੇ ਹੋ, ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਆਚਰਣ ਤੇ ਕਰੈਕਟਰ ਤੇ ਜੀਵਨ ਤੇ ਕੋਈ ਦਾਗ ਧੱਬਾ ਨਾ ਲੱਗੇ, ਤੇ ਗੁਰੂ ਰਾਮਦਾਸ ਜੀ ਕਹਿੰਦੇ ਆ ਭੱਜ ਪਾਓ ਸਤਿਗੁਰੂ ਦੀ ਸ਼ਰਨ ਵਿੱਚ। ਭੱਜ ਕੇ ਆ ਜਾਓ। ਜਦੋਂ ਤੁਸੀਂ ਭੱਜ ਕੇ ਆ ਜਾਓਗੇ ਸਤਿਗੁਰੂ ਦੀ ਸ਼ਰਨ ਵਿੱਚ, ਫਿਰ ਕੋਈ ਤੁਹਾਨੂੰ ਵਿਕਾਰਾਂ ਵਾਲੇ ਪਾਸੇ ਨਹੀਂ ਲੈ ਜਾ ਸਕਦਾ। ਕਈ ਕਹਿੰਦੇ ਜੀ ਅਸੀਂ ਤੇ ਮਨ ਬਣਾ ਲਿਆ ਸੀ ਵੀ ਅੱਜ ਅਸੀਂ ਨਸ਼ਾ ਨਹੀਂ ਕਰਨਾ, ਅੱਜ ਅਸੀਂ ਆ ਵਿਕਾਰਾਂ ਵਾਲੀ ਰੋਲੀ ਨਹੀਂ ਖੇਡਣੀ ਹੈ, ਅਸੀਂ ਤਾਂ ਮਨ ਬਣਾ ਲਿਆ ਸੀ। ਪਰ ਜਦੋਂ ਚਾਰ ਮਿੱਤਰ ਇਕੱਠੇ ਹੋ ਕੇ ਆਏ, ਮਨ ਬੇਈਮਾਨ ਹੋ ਗਿਆ। ਉਹ ਲੈ ਗਏ, ਧੱਕੇ ਨਾਲ ਪਕੜ ਕੇ ਲੈ ਗਏ। ਤੇ ਮਹਾਰਾਜ ਕਹਿੰਦੇ ਜੇ ਤੂੰ ਭੱਜ ਕੇ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਤੇ ਉਹ ਸ਼ਰਨ ਵਿੱਚੋਂ ਦੀ ਕੱਢ ਕੇ ਨਹੀਂ ਸੀ ਲਿਜਾ ਸਕਦੇ। ਜੇ ਤੈਨੂੰ ਪਤਾ ਲੱਗੇ ਵੀ ਆ ਚਾਰ ਬੰਦੇ ਆ ਰਹੇ ਨੇ, ਇਹਨਾਂ ਨੇ ਮੈਨੂੰ ਜ਼ਬਰਦਸਤੀ ਆਪਣੇ ਨਾਲ ਲਿਜਾ ਕੇ ਆਪਣੇ ਰੰਗਾਂ ਵਿੱਚ ਰੰਗਣਾ, ਤੇ ਤੂੰ ਭੱਜ ਕੇ ਸਤਿਗੁਰੂ ਦੀ ਸ਼ਰਨ ਵਿੱਚ ਆ ਜਾ। ਜਦੋਂ ਤੂੰ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਏਗਾ ਨਾ, ਤੇ ਫਿਰ ਕੋਈ ਵਿਕਾਰ ਤੇਰੇ ਨੇੜੇ ਨਹੀਂ ਆ ਸਕੇਗਾ। ਫਿਰ ਕੋਈ ਤੈਨੂੰ ਧੱਕੇ ਨਾਲ ਵਿਕਾਰਾਂ ਵਾਲੇ ਪਾਸੇ ਨਹੀਂ ਲਿਜਾ ਸਕੇਗਾ। ਪਰ ਉਸ ਮੌਕੇ ਤੇ ਜੇ ਤੂੰ ਭੱਜ ਕੇ ਗੁਰੂ ਦੀ ਸ਼ਰਨ ਵਿੱਚ ਆ ਜਾਏ। ਚਲੋ ਵਿਚਾਰ ਉਸ ਤਰ੍ਹਾਂ ਦੀ ਚੱਲੀ ਹੈ। ਅੱਜ ਅਸੀਂ ਆਪਣੇ ਘਰਾਂ 'ਚ ਖੁਸ਼ੀਆਂ ਮਨਾਉਂਦੇ ਹਾਂ, ਖਾਸ ਤੌਰ 'ਤੇ ਵਿਆਹ ਸ਼ਾਦੀਆਂ ਦੇ ਰੂਪ ਵਿੱਚ। ਬੜੇ ਤਰ੍ਹਾਂ ਦੇ ਪਕਵਾਨ ਬਣਦੇ ਆ, ਉਹ ਵੀ ਬਣਦੇ ਆ ਜਿਹੜੇ ਨਾ ਖਾਣ ਯੋਗ ਹੋਣ। ਪਰ ਜਿਹੜਾ ਤਿਆਰ ਕਰਵਾ ਰਿਹਾ ਉਹਦਾ ਆਪਣਾ ਮਨ ਰਾਜੀ ਨਹੀਂ ਹੁੰਦਾ।
ਉਹਦਾ ਆਪਣਾ ਮਨ ਨਹੀਂ ਰਾਜੀ ਹੁੰਦਾ। ਉਹ ਕਹਿੰਦਾ ਕੀ ਕਰਾਂ, ਜਿਹੜੇ ਆਉਣੇ ਆ ਇਹਨਾਂ ਦਾ ਲਿਹਾਜ਼ ਕਰਨਾ ਪੈਣਾ ਹੈ, ਮੂੰਹ ਲਿਹਾਜ਼ਾ ਜਿਹੜਾ ਉਹ ਕਰਨਾ ਪੈਣਾ, ਨਹੀਂ ਤੇ ਬਰਾਦਰੀ ਰਿਸ਼ਤੇਦਾਰ ਗੱਲਾਂ ਬੜੀਆਂ ਬਣਾਉਂਦੇ ਆ। ਉਹਦੇ ਲਈ ਵੀ ਇੱਕੋ ਹੀ ਹੱਲ ਹੈ, ਭੱਜ ਕੇ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਓ। ਜਦੋਂ ਤੁਸੀਂ ਆਪਣੇ ਖੁਸ਼ੀਆਂ ਦੇ ਸਮੇਂ ਗੁਰੂ ਸਾਹਿਬ ਨੂੰ ਵਿੱਚ ਰੱਖੋਗੇ, ਫਿਰ ਤੁਹਾਨੂੰ ਕੋਈ ਨਹੀਂ ਕਹੇਗਾ ਵੀ ਤੂੰ ਆਹ ਵਾਲੀ ਚੀਜ਼ ਖਾਣ ਨੂੰ ਕਿਉਂ ਨਹੀਂ ਬਣਾਈ, ਕਿਉਂਕਿ ਪਤਾ ਹੈ ਜੁੜਿਆ ਗੁਰੂ ਨਾਲ ਹੋਇਆ ਹੈ। ਇਹ ਸਤਿਗੁਰੂ ਨਾਲ ਜੁੜਿਆ, ਸਤਿਗੁਰੂ ਦੀ ਸ਼ਰਨ ਦੇ ਵਿੱਚ ਹੈ, ਉੱਥੇ ਕੋਈ ਤੁਹਾਨੂੰ ਕਹਿ ਹੀ ਨਹੀਂ ਸਕਦਾ। ਪਰ ਅਸੀਂ ਅਡੰਬਰ ਹੀ ਐਸੇ ਰਚ ਰਹੇ ਹੋਏ ਆ ਵੀ ਉੱਥੇ ਲੋਕ ਕਹਿੰਦੇ ਆ, ਅਸੀਂ ਸੁਣਦੇ ਆ, ਪਰ ਸਤਿਗੁਰੂ ਦੀ ਸ਼ਰਨ ਵਿੱਚ ਹੋਵਾਂਗੇ, ਨਾ ਕੋਈ ਕਹੇਗਾ ਨਾ ਸੁਣਨਾ ਪਏਗਾ। ਸੌਖਾ ਤਰੀਕਾ। ਦੁਨੀਆ ਦੇ ਰੰਗਾਂ ਤੋਂ ਵੀ ਜੇ ਬਚਣਾ ਤਾਂ ਵੀ ਭੱਜ ਕੇ ਆ ਜਾਓ, ਵਿਕਾਰਾਂ ਤੋਂ ਬਚਣਾ ਤਾਂ ਵੀ ਭੱਜ ਕੇ ਆ ਜਾਓ। ਜੇ ਬਾਹਰ ਦੇ ਤੁਸੀਂ ਜਿਹੜੇ ਵੀ ਕਰਮ ਅਸੀਂ ਨਹੀਂ ਕਰਨਾ ਚਾਹੁੰਦੇ ਆ, ਜੇ ਤੁਸੀਂ ਬਚਣਾ ਚਾਹੁੰਦੇ ਹੋ, ਇੱਕੋ ਹੀ ਹੱਲ ਹੈ, ਸਤਿਗੁਰੂ ਦੀ ਸ਼ਰਨ ਵਿੱਚ ਆ ਜਾਓ। ਸਤਿਗੁਰੂ ਗੁਰੂ ਰਾਮਦਾਸ ਜੀ ਨੇ ਹੋਕਾ ਦਿੱਤਾ। ਮਹਾਰਾਜ ਕਹਿੰਦੇ ਮਨ ਹਰ ਹਰ ਜਪਨ ਕਰੇ, ਮਨ ਵਿੱਚ ਹਰੀ ਦੇ ਨਾਮ ਦਾ ਜਪਨ ਹੋਵੇ। ਪਰ ਕਿਵੇਂ ਹੋਵੇ? ਹਰ ਗੁਰ ਸ਼ਰਨਾਈ ਭਜ ਪਾਓ ਜਿੰਦੂ, ਸਭ ਕਿਲ ਵਿਖ ਦੁਖ ਪਰ ਹਰੇ। ਇਹ ਜਿੰਦੇ ਸਾਰੇ ਦੇ ਸਾਰੇ ਮਨ ਵਿੱਚੋਂ ਦੀ ਪਾਪ ਨਾਸ਼ ਹੋ ਜਾਣਗੇ, ਸਾਰੇ ਦੇ ਸਾਰੇ ਮਨ ਵਿੱਚੋਂ ਦੁੱਖ ਪਰ ਹਰੇ ਪਰੇ ਹੋ ਜਾਣਗੇ। ਕਦੋਂ? ਹਰ ਗੁਰ ਸ਼ਰਨਾਈ ਭਜ ਪਾਓ, ਉਸ ਗੁਰੂ ਦੀ ਸ਼ਰਨ ਵਿੱਚ ਭੱਜ ਕੇ ਆ ਜਾਓ। ਭੱਜ ਕੇ ਦਾ ਮਤਲਬ ਆਪਾਂ ਸਾਹੋ ਸਾਹੀ ਹੋ ਕੇ ਨਹੀਂ ਆਉਣਾ। ਭੱਜ ਦਾ ਮਤਲਬ ਹੈ ਵੀ ਅਸੀਂ ਰੇਸ ਲਾ ਕੇ ਦੌੜ ਲਾ ਕੇ ਨਹੀਂ ਆਉਣਾ। ਭੱਜ ਦਾ ਅਰਥ ਹੈ ਬਿਨਾਂ ਸਮਾਂ ਗਵਾਇਆ, ਵੀ ਸਮਾਂ ਨਾ ਗਵਾਓ। ਬਚਪਨ ਅੱਗੇ ਨਿਕਲ ਚੁੱਕਾ ਹੈ, ਜੋਬਨ ਅੱਗੇ ਨਿਕਲਦਾ ਜਾ ਰਿਹਾ ਹੈ, ਬੜੇਪਾ ਸਿਖਰ ਤੇ ਆ ਗਿਆ, ਇਹ ਸਮਾਂ ਨਿਕਲਦਾ ਜਾ ਰਿਹਾ ਹੈ। ਭੱਜ ਕੇ ਭਾਵ ਬਿਨਾਂ ਸਮਾਂ ਗਵਾਇਆ ਗੁਰੂ ਵਾਲੇ ਬਣ ਜਾਓ। ਬਿਨਾਂ ਸਮਾਂ ਗਵਾਇਆ ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚ ਆ ਜਾਓ। ਜੇ ਤੁਸੀਂ ਬਿਨਾਂ ਸਮਾਂ ਗਵਾਇਆ ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਜਾਓਗੇ, ਸਭ ਕਿਲ ਵਿਖ ਪਾਪ, ਔਰ ਇਸ ਪਾਪ ਕਰਕੇ ਦੁੱਖ ਜਿਹੜੇ ਬਣੇ ਹੋਏ ਆ ਪਰ ਹਰੇ ਤੁਹਾਡੀ ਜ਼ਿੰਦਗੀ ਚੋਂ ਪਰੇ ਹੋ ਜਾਣਗੇ। ਸੌਖੀ ਹੋ ਜਾਏਗੀ ਜ਼ਿੰਦਗੀ। ਸੁਖਾਲਾ ਜ਼ਿੰਦਗੀ ਦਾ ਸਮਾਂ ਜਿਹੜਾ ਉਹ ਤੁਸੀਂ ਜੀ ਸਕੋਗੇ। ਹੁਣ ਔਖੇ ਆ ਅਸੀਂ, ਇੰਨਾ ਦੁੱਖ ਲੱਗਾ ਹੋਇਆ ਪਿਆ ਕਿ ਨਾ ਦਿਨੇ ਚੈਨ ਹੈ ਨਾ ਰਾਤ ਨੂੰ ਚੈਨ ਹੈ, ਨਾ ਸਾਨੂੰ ਘਰ ਦੇ ਬਾਹਰ ਨਿਕਲਦਿਆਂ ਸੁੱਖ ਮਿਲਦਾ ਪਿਆ, ਨਾ ਘਰ ਦੇ ਅੰਦਰ ਬੈਠਿਆਂ ਟਿਕਾ ਆਉਂਦਾ ਪਿਆ। ਬੰਦਾ ਹਰ ਚਾਰੇ ਪਾਸਿਓਂ ਚਾਰਾਂ ਤਰਫੋਂ ਦੁੱਖ ਵਿੱਚ ਘਿਰਿਆ ਪਿਆ। ਹੁਣ ਇਸ ਘੇਰੇ ਚੋਂ ਕੱਢੇਗਾ ਕੌਣ? ਮਹਾਰਾਜ ਕਹਿੰਦੇ ਸਤਿਗੁਰੂ ਨੇ ਕੱਢਣਾ। ਸਤਿਗੁਰੂ ਨੇ ਬਿੱਧ ਬਣਾਉਣੀ ਹੈ ਤੇਰੀ ਜ਼ਿੰਦਗੀ ਵਿੱਚ, ਜਿਹਦੇ ਨਾਲ ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸ਼ਰਨਾਈ, ਚੌ ਗਿਰਦ ਹਮਾਰੇ RAM ਕਾਰ ਦੁੱਖ ਲੱਗੇ ਨਾ ਭਾਈ। ਤੈਨੂੰ ਲੱਗੇਗਾ ਹੀ ਨਹੀਂ ਦੁੱਖ। ਇਸ ਘੇਰੇ ਵਿੱਚੋਂ ਚੱਕਰ ਵਿਊਹ ਵਿੱਚੋਂ ਤੈਨੂੰ ਗੁਰੂ ਨੇ ਹੀ ਕੱਢਣਾ ਹੈ। ਹੁਣ ਚੱਕਰ ਵਿਊਹ ਵਿੱਚ ਆ ਜਾਣਾ ਬੜਾ ਸੌਖਾ ਹੈ, ਪਰ ਉਹਦੇ ਵਿੱਚੋਂ ਨਿਕਲਣਾ ਬੜਾ ਔਖਾ ਹੈ। ਜਿਵੇਂ ਇੱਕ ਦਿਨ ਆਖਿਆ ਸੀ, ਜਾਲਾ ਬੁਣਨਾ ਮੱਕੜੀ ਵਾਸਤੇ ਬੜਾ ਸੌਖਾ ਹੈ, ਪਰ ਉਸੇ ਹੀ ਜਾਲੇ ਵਿੱਚੋਂ ਨਿਕਲਣਾ ਉਹਦੇ ਲਈ ਔਖਾ ਹੈ। ਇਸ ਲਈ ਸਾਹਿਬ ਕਹਿੰਦੇ ਤੂੰ ਸਤਿਗੁਰੂ ਦੀ ਸ਼ਰਨ ਵਿੱਚ ਭੱਜ ਕੇ ਆ, ਭਾਵ ਬਿਨਾਂ ਸਮਾਂ ਗਵਾਇਆ ਆ ਕੇ ਜੁੜ ਤੇ ਪਰਮੇਸ਼ਵਰ ਦੇ ਨਾਮ ਦਾ ਜਪਨ ਕਰ। ਜਪ ਮਨ ਸਤਨਾਮ ਸਦਾ, ਸਤਨਾਮ ਤੂੰ ਸਦਾ ਸੱਚੇ ਦਾ ਨਾਮ ਸਿਮਰਨਾ ਹੈ, ਤੇ ਗੁਰੂ ਵੀ ਉਹਦੀ ਸ਼ਰਨ ਵਿੱਚ ਆਉਣਾ ਜਿਹੜਾ ਹਰੀ ਦਾ ਰੂਪ ਹੈ। ਤੂੰ ਬਨਾਵਟੀ ਗੁਰੂ ਕੋਲ ਨਹੀਂ ਜਾਣਾ, ਤੂੰ ਢੋਂਗੀ ਗੁਰੂ ਕੋਲ ਨਹੀਂ ਜਾਣਾ, ਅਧੂਰੇ ਦੇ ਕੋਲ ਨਹੀਂ ਜਾਣਾ। ਤੂੰ ਉਸ ਗੁਰੂ ਦੀ ਸ਼ਰਨ ਵਿੱਚ ਆ ਜਿਹਦੇ ਨਾਲ ਆ ਕੇ ਤੇਰਾ ਕਾਰਜ ਰਾਸ ਹੋ ਜਾਏ। ਵੱਡੀ ਵਡਿਆਈ ਅਚਰਜ ਸ਼ੋਭਾ ਕਾਰਜ ਆਇਆ, ਰਾਸੇ ਨਾਨਕ ਕੋ ਗੁਰ ਪੂਰਾ ਭੇਟਿਓ। ਜਿਨ੍ਹਾਂ ਨੇ ਪੂਰੇ ਗੁਰੂ ਨੂੰ ਮਿਲਣਾ ਕੀਤਾ, ਪੂਰੇ ਗੁਰੂ ਦੇ ਮਿਲਾਪ ਵਿੱਚ ਕਾਰਜ ਆਇਆ ਰਾਸੇ। ਨਾਨਕ ਕੋ ਗੁਰ ਪੂਰਾ ਭੇਟਿਓ, ਸਗਲੇ ਦੁੱਖ ਬਿਨਾਸੇ। ਜ਼ਿੰਦਗੀ ਦੇ ਸਾਰੇ ਦੁੱਖ ਨਾਸ਼ ਹੋ ਗਏ।
ਪੂਰੇ ਗੁਰੂ ਦੇ ਮਿਲਾਪ ਵਿੱਚ, ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ ਕਹਿੰਦੇ ਨੇ ਤੇਰੀ ਜ਼ਿੰਦਗੀ ਦੇ ਦੁੱਖ ਜਿਹੜੇ ਆ ਉਹ ਨਾਸ਼ ਹੋ ਜਾਣਗੇ, ਪਰ ਆਵੀਂ ਪੂਰੇ ਗੁਰੂ ਹਰੀ ਰੂਪੀ ਗੁਰੂ ਦੀ ਸ਼ਰਨ ਵਿੱਚ। ਭੱਟ ਸਾਹਿਬਾਨ ਆਪਣੇ ਮੁਖੋਂ ਕਬੂਲ ਕਰਦੇ ਆ ਕਿ ਅਸੀਂ ਬਥੇਰਿਆਂ ਦੀ ਸ਼ਰਨ ਵਿੱਚ ਗਏ ਆ, ਜਿੰਨਾ ਚਿਰ ਪੂਰੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਏ ਉਹਨਾਂ ਚਿਰ ਭਾਗ ਹੀ ਨਹੀਂ ਸਾਡੇ ਜਾਗੇ। ਤੇ ਜਦੋਂ ਅਸੀਂ ਪੂਰੇ ਗੁਰੂ ਦੀ ਸ਼ਰਨ 'ਚ ਆਏ ਆ ਤਾਂ ਪਤਾ ਲੱਗਾ ਵੀ ਜ਼ਿੰਦਗੀ ਦਾ ਸਮਾਂ ਲੇਖੇ ਕਿਵੇਂ ਲੱਗਣਾ ਹੈ, ਕਿਵੇਂ ਇਹ ਜ਼ਿੰਦਗੀ ਵਿੱਚੋਂ ਦੁੱਖ ਸਾਡੀ ਜ਼ਿੰਦਗੀ 'ਚੋਂ ਪਰੇ ਹੋਣੇ ਆ। ਜਬ ਲਓ ਨਹੀਂ ਭਾਗ ਲਿਲਾਰ ਉਦੈ, ਤਬ ਲਓ ਭ੍ਰਮ ਤੇ ਫਿਰਤੇ ਬਹੁ ਧਾਇਓ। ਭ੍ਰਮ ਤੇ ਫਿਰਤੇ ਬਹੁ ਧਾਇਓ, ਭਟਕਦੇ ਫਿਰਦੇ ਸੀ ਬੜੀਆਂ ਥਾਵਾਂ ਤੇ। ਬੜੇ ਗੁਰੂ ਮਿਲੇ ਸਾਨੂੰ, ਕੋਈ ਕਹਿੰਦਾ ਸਾਡੇ ਕੋਲ ਆ, ਕੋਈ ਕਹਿੰਦਾ ਸਾਡੇ ਕੋਲ ਆ, ਕੋਈ ਕਹਿੰਦਾ ਇਹਦੀ ਸ਼ਰਨ ਵਿੱਚ ਆ, ਕੋਈ ਕਹਿੰਦਾ ਇਹਦੇ। ਬੜੀ ਥਾਵਾਂ ਤੇ ਭਟਕਦੇ ਰਹੇ। ਕਲ ਘੋਰ ਸਮੁੰਦਰ ਮੈਂ ਬੂਡਤ ਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਏ। ਉਹ ਮਿਟ ਹੀ ਨਹੀਂ ਰਿਹਾ ਸੀ, ਡੁੱਬਦੇ ਜਾ ਰਹੇ ਸੀ ਘੋਰ ਸਮੁੰਦਰ ਵਿੱਚ। ਵਿਕਾਰਾਂ ਦੇ, ਜਿਹੜਾ ਕਲਯੁਗ ਦਾ ਬਣਿਆ ਹੋਇਆ ਸਮੁੰਦਰ, ਪਾਪ ਹੀ ਪਾਪ, ਗੰਦਗੀ ਹੋਈ ਗੰਦਗੀ, ਵਿਕਾਰ ਹੀ ਵਿਕਾਰ, ਜਿਹਦੇ ਵਿੱਚ ਸਨ ਅਸੀਂ ਡੁੱਬਦੇ ਜਾ ਰਹੇ ਸੀ। ਉਹਦੇ ਵਿੱਚ ਪਛਤਾਵਾ ਹੋ ਰਿਹਾ ਸੀ ਕਿ ਸਾਨੂੰ ਹਜੇ ਤੱਕ ਪੂਰਾ ਗੁਰੂ ਕਿਉਂ ਨਹੀਂ ਮਿਲਿਆ। ਪਰ ਜਿਸ ਦਿਨ ਪੂਰੇ ਗੁਰੂ ਦੇ ਚਰਨਾਂ ਵਿੱਚ ਆ ਗਏ ਨਾ, ਭੱਜ ਕੇ ਬਿਨਾਂ ਸਮਾਂ ਗਵਾਇਆ ਆ ਗਏ। ਫਿਰ ਗੁਰੂ ਅਰਜਨ ਦੇਵ ਪਾਤਸ਼ਾਹ, ਪਤਾ ਲੱਗਾ ਕਿ ਗੁਰੂ ਦੀ ਸ਼ਰਨ ਵਿੱਚ ਆ ਕੇ ਜਿਹੜੇ ਜਪ ਲੈਂਦੇ ਆ ਉਹ ਇਸ ਭਵਜਲ ਵਿੱਚੋਂ ਪਾਰ ਹੋ ਜਾਂਦੇ ਨੇ। ਉਹਨਾਂ ਦਾ ਬੇੜਾ ਇਸ ਭਵਜਲ ਚੋਂ ਪਾਰ ਹੋ ਜਾਂਦਾ ਹੈ। ਜਬ ਲਓ ਨਹੀਂ ਭਾਗ ਲਿਲਾਰ ਉਦੈ, ਤਬ ਲਓ ਭ੍ਰਮ ਤੇ ਫਿਰਤੇ ਬਹੁ ਧਾਇਓ। ਕਲ ਘੋਰ ਸਮੁੰਦਰ ਮੈਂ ਬੂਢਤ ਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ ਮਥਰਾ, ਮਥਰਾ ਜਿਹੜੇ ਭੱਟ ਜੀ ਕਹਿ ਰਹੇ ਨੇ, ਇਹ ਤਤ ਦੀ ਵਿਚਾਰ ਦੱਸ ਰਹੇ ਨੇ। ਅਸਲ ਵਿਚਾਰ ਇਹ ਹੈ ਤਤ ਵਾਲੀ। ਤਤ ਵਿਚਾਰ ਯਹ ਮਥਰਾ, ਜਗ ਤਾਰਨ ਕੋ ਅਵਤਾਰ ਬਣਾਇਓ। ਇਸ ਜਗਤ ਵਿੱਚ ਜੀਆਂ ਨੂੰ ਤਾਰਨੇ ਵਾਸਤੇ ਇੱਕ ਅਵਤਾਰ ਬਣਾਇਆ ਹੈ, ਜਿਸ ਗੁਰੂ ਦੀ ਸ਼ਰਨ ਵਿੱਚ ਭੱਜ ਕੇ ਆਉਣਾ, ਬਿਨਾਂ ਸਮਾਂ ਗਵਾਇਆ ਆਉਣਾ ਹੈ। ਤਤ ਵਿਚਾਰ ਯਹ ਮਥਰਾ, ਜਗ ਤਾਰਨ ਕੋ ਅਵਤਾਰ ਬਣਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਫਿਰ ਆਹ ਵਾਲਾ ਸੰਕਟ ਨਹੀਂ ਜ਼ਿੰਦਗੀ ਵਿੱਚ ਮਿਲਣਾ, ਗਰਭ ਜੋਨੀ ਵਾਲਾ। ਇਹ ਬਹੁਤ ਵੱਡਾ ਇੱਕ ਸੰਕਟ ਹੈ। ਅਸੀਂ ਮਾਇਆਵੀ ਪਦਾਰਥਾਂ 'ਚ ਘਿਰ ਕੇ ਕਹਿੰਦੇ ਹਾਂ ਬੜਾ ਸੰਕਟ ਆ ਗਿਆ। ਦੁਨਿਆਵੀ ਕੰਮ ਕਾਜਾਂ ਵਿੱਚ ਅਸੀਂ ਕਹਿੰਦੇ ਹਾਂ ਬੜਾ ਭਾਰੀ ਸੰਕਟ ਸਿਰ ਤੇ ਆ ਪਿਆ, ਪਰ ਜਿਹੜੇ ਸੰਕਟ ਵਿੱਚੋਂ ਨਿਕਲ ਰਹੇ ਆ ਉਹਦਾ ਸਾਨੂੰ ਚੇਤਾ ਹੀ ਕੋਈ ਨਹੀਂ। ਉਹਦੇ ਵੱਲ ਸਾਡਾ ਧਿਆਨ ਗਿਆ ਹੀ ਨਹੀਂ ਵੀ ਮੈਂ ਕਿੰਨੇ ਜਨਮਾਂ ਤੋਂ ਹੀ ਸੰਕਟ 'ਚ ਫਸਿਆ ਹੋਇਆ। ਪਰ ਜਿਹੜੇ ਮਾਇਆਵੀ ਬਣੇ ਸੰਕਟ ਬਣੇ ਆ ਉਹਦਾ ਚੇਤਾ ਹੈ, ਖਿਆਲ ਹੈ, ਉਹਦਾ ਫਿਕਰ ਲੱਗਾ ਹੋਇਆ ਹੈ। ਪਰ ਜਿਹੜਾ ਅਸਲ ਸੰਕਟ ਬਣਿਆ ਉਹਦਾ ਖਿਆਲ ਹੀ ਕੋਈ ਨਹੀਂ ਹੈ, ਉਹਦੀ ਚਿੰਤਾ ਹੀ ਕੋਈ ਨਹੀਂ ਹੈ। ਪਰ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਵਿੱਚ ਆ ਕੇ ਜਪ ਲਿਆ, ਉਹਨਾਂ ਨੂੰ ਪਤਾ ਲੱਗਾ ਵੀ ਹੁਣ ਨਹੀਂ ਅਸਲ ਸੰਕਟ ਬਣਦਾ, ਨਾ ਉਹ ਸੰਕਟ ਬਣੇ ਤੇ ਨਾ ਅੱਗੋਂ ਆਹ ਸੰਕਟ ਬਣੇ। ਜੇ ਅਸੀਂ ਭਵਜਲ ਦੇ ਆਵਾਗਮਨ ਦੇ ਸੰਕਟ 'ਚ ਫਸੇ ਹਾਂ ਤਾਂ ਹੀ ਤੇ ਮਾਇਆਵੀ ਸੰਕਟ ਬਣੇ ਹੋਏ ਨੇ। ਤੇ ਜੇ ਉਸ ਸੰਕਟ ਵਿੱਚੋਂ ਦੀ ਨਿਕਲ ਜਾਗੇ, ਉਹ ਦੂਰ ਹੋ ਗਿਆ, ਇਹ ਆਪੇ ਹੀ ਦੂਰ ਹੋ ਜਾਣੇ ਆ, ਜੀਵਨ ਮੁਕਤ ਆਪੇ ਹੀ ਹੋ ਜਾਣਾ। ਇਸ ਲਈ ਗੁਰੂ ਸਾਹਿਬ ਜੀ ਕਹਿੰਦੇ, ਆਵਾਜ਼ ਦੇ ਦੇ ਕੇ ਕਹਿ ਰਹੇ ਆ, ਆਵੋ ਸਿੱਖ ਸਤ ਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਆਵੋ ਜੇ ਦੁੱਖ ਤੋਂ, ਪਾਪ ਤੋਂ, ਵਿਕਾਰਾਂ ਤੋਂ, ਗੰਦਗੀ ਤੋਂ ਬਚਣਾ ਚਾਹੁੰਦੇ ਹੋ, ਜੇ ਇਸ ਦੁਨੀਆ ਦੇ ਕੱਚੇ ਰੰਗਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਸੱਚੇ ਰੰਗ ਵਿੱਚ ਆ ਕੇ ਰੰਗੇ ਜਾਓ। ਜੇ ਹੋਲੀ ਖੇਡਣ ਦਾ ਤਰੀਕਾ ਸਿੱਖਣਾ ਹੈ ਤੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਭੱਜ ਕੇ ਆ ਜਾਓ। ਕਿਸ ਤਰ੍ਹਾਂ ਹੋਲੀ ਤੋਂ ਹੋਲਾ ਮਹੱਲਾ ਤੱਕ, ਚੜ੍ਹਦੀ ਕਲਾ ਤੱਕ, ਜੀਵਨ ਦੀ ਬਾਜੀ ਜਿੱਤਣ ਤੱਕ ਕਿਵੇਂ ਜਾਣਾ ਹੈ,
ਕੱਚੇ ਰੰਗ ਨੂੰ ਛੱਡ ਕੇ ਸੱਚੇ ਰੰਗ ਵਿੱਚ ਆ ਕੇ ਕਿਵੇਂ ਹੋਲਾ ਮਹੱਲਾ ਭਾਵ ਆਪਣੀ ਜ਼ਿੰਦਗੀ ਦੀ ਬਾਜੀ ਤੇ ਹੱਲਾ ਬੋਲ ਕੇ ਜਿੱਤਣਾ ਹੈ ਅਸੀਂ, ਇਹ ਸਾਨੂੰ ਗੁਰੂ ਨੇ ਸਿਖਾਉਣਾ ਹੈ। ਪਰ ਉਹਦੇ ਲਈ ਬਿਨਾਂ ਸਮਾਂ ਗਵਾਇਆ ਸਾਨੂੰ ਆਉਣਾ ਪੈਣਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਨੇ ਆਖਿਆ, ਹਰ ਗੁਰ ਸ਼ਰਨਾਈ ਭੱਜ ਪਾਓ, ਸਾਰੇ ਦੇ ਸਾਰੇ ਪਾਪ ਦੁੱਖ ਤੁਹਾਡੀ ਜ਼ਿੰਦਗੀ ਵਿੱਚੋਂ ਦੂਰ ਹੋ ਜਾਵਣਗੇ। ਹਰ ਆਪੇ ਆਪ ਉਪਾਇਂਦਾ, ਹਰ ਆਪੇ ਦੇਵੈ ਲੇ, ਹਰ ਆਪੇ ਭਰਮ ਭੁਲਾਇਂਦਾ, ਹਰ ਆਪੇ ਹੀ ਮਤ ਦੇ। ਹੁਣ ਗੁਰੂ ਸਾਹਿਬ ਦੀ ਸ਼ਰਨ ਵਿੱਚ ਭੱਜ ਕੇ ਕਿਉਂ ਆ ਕੇ ਮਨ ਹਰ ਹਰ ਜਪਨ ਕਰੇ ਦੀ ਖੇਡ ਬਣਾਉਣੀ ਹੈ, ਔਰ ਹਰ ਗੁਰ ਸ਼ਰਨਾਈ ਦੇ ਕੋਲ ਕਿਉਂ ਆਉਣਾ? ਜਿਹੜਾ ਹਰੀ ਦਾ ਰੂਪ ਗੁਰੂ ਹੈ ਉਹਦੇ ਕੋਲ ਹੀ ਕਿਉਂ ਆਉਣਾ ਹੈ? ਅਧੂਰੇ ਕੋਲ ਕਿਉਂ ਨਹੀਂ? ਦੰਮੀ ਪਾਖੰਡੀ ਕੋਲ ਕਿਉਂ ਨਹੀਂ? ਕਿਉਂਕਿ ਸਾਹਿਬ ਕਹਿੰਦੇ ਹਰ ਆਪੇ ਆਪ ਉਪਾਇਂਦਾ। ਹਰੀ ਪਰਮੇਸ਼ਵਰ ਨੇ ਆਪਣੀ ਰਚਨਾ ਵੀ ਆਪ ਕੀਤੀ ਹੈ ਤੇ ਇਸ ਕੁਦਰਤ ਨੂੰ ਵੀ ਉਹਨੇ ਆਪ ਹੀ ਸਾਜਿਆ ਹੈ। ਨਾ ਕਰਤੇ ਨੂੰ ਕੋਈ ਸਾਜਣ ਵਾਲੇ ਦਾ ਅੱਜ ਤੱਕ ਪਤਾ ਲੱਗਾ ਕਿ ਉਹਦੇ ਮਾਈ ਬਾਪ ਕੌਣ ਨੇ, ਕਿਹੜੀ ਕੁੱਲ ਵਿੱਚੋਂ ਹੈ ਕਰਤਾ ਪੁਰਖ ਅਕਾਲ ਪੁਰਖ ਪਰਮੇਸ਼ਵਰ, ਅੱਜ ਤੱਕ ਨਹੀਂ ਪਤਾ ਲੱਗਾ ਤੇ ਨਾ ਕਦੇ ਲੱਗਣਾ ਹੈ। ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ, ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਪਿਤਾ ਨਹੀਂ, ਕੋਈ ਮਾਂ ਨਹੀਂ। ਹਾਂ ਇਹ ਪਤਾ ਹੈ ਕਿ ਸਭਨਾਂ ਦਾ ਮਾਈ ਬਾਪ ਪਰਮੇਸ਼ਵਰ ਹੈ, ਉਹ ਸਾਰਿਆਂ ਦਾ ਮਾਈ ਬਾਪ ਹੈ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਹੀ ਇਹ ਸੰਸਾਰ ਦੀ ਉਤਪਤੀ ਹੋਈ ਹੈ। ਕੁਦਰਤ ਨੂੰ ਪਰਮੇਸ਼ਵਰ ਨੇ ਸਾਜਿਆ, ਔਰ ਜਿਹੜਾ ਪਰਮੇਸ਼ਵਰ ਨੇ ਕੁਦਰਤ ਨੂੰ ਸਾਜਿਆ ਤੇ ਉਹ ਕਿਸੇ ਕੋਲੋਂ ਸਲਾਹ ਮਸ਼ਵਰਾ ਲੈ ਕੇ ਨਹੀਂ, ਕਿਸੇ ਕੋਲੋਂ ਪੁੱਛ ਗਿੱਛ ਕਰਕੇ ਨਹੀਂ ਵੀ ਮੈਂ ਕੁਦਰਤ ਨੂੰ ਕਿਵੇਂ ਸਾਜਣਾ ਹੈ। ਇਹ ਆਪਣੀ ਮੌਜ ਵਿੱਚ ਉਹਨੇ ਕਰਤੇ ਨੇ ਸਾਜਿਆ। ਇਹ ਮੌਜ ਹੈ ਉਸ ਅਕਾਲ ਪੁਰਖ ਦੀ ਕਿ ਜੋ ਉਹਨੇ ਆਪਣੇ ਆਪ ਨੂੰ ਤੇ ਕੁਦਰਤ ਨੂੰ ਸਾਜਿਆ। ਹਰ ਆਪੇ ਆਪ ਉਪਾਇਂਦਾ, ਆਪ ਹੀ ਉਹ ਪੈਦਾ ਕਰਨ ਵਾਲਾ ਹੈ। ਹਰ ਆਪੇ ਦੇਵੈ ਲੇ, ਆਪੇ ਹੀ ਇਹ ਜ਼ਿੰਦਗੀ ਦੇਣ ਵਾਲਾ ਤੇ ਆਪੇ ਹੀ ਲੈਣ ਵਾਲਾ, ਆਪੇ ਹੀ ਇਹ ਜਿੰਦ ਦੇ ਕੇ ਵਾਪਸ ਲੈਣ ਵਾਲਾ ਹੈ। ਇਸ ਲਈ ਆਪੇ ਹਰ ਆਪੇ ਭਰਮ ਭੁਲਾਇਂਦਾ, ਇਹ ਭਟਕਣਾ ਵੀ ਤੇ ਉਹਨੇ ਆਪ ਹੀ ਲਾਈ ਹੈ, ਭਾਵ ਇਹ ਤ੍ਰੈ ਗੁਣੀ ਸੰਸਾਰ ਵੀ ਤੇ ਉਹਦਾ ਹੀ ਬਣਾਇਆ ਹੋਇਆ ਹੈ। ਇੱਕ ਸਟੇਜ ਹੈ ਜਿੱਥੇ ਜਾ ਕੇ ਅਸੀਂ ਇਹ ਗੱਲ ਕਹਿਣੀ ਹੈ, ਕਿਉਂਕਿ ਜਿੰਨਾ ਚਿਰ ਇੱਥੇ ਨਹੀਂ ਪਹੁੰਚਾਂਗੇ ਉਹਨਾਂ ਚਿਰ ਤਰਕ ਸ਼ੁਰੂ ਹੋ ਜਾਣਾ ਹੈ, ਵਿਵਾਦ ਸ਼ੁਰੂ ਹੋ ਜਾਣਾ ਹੈ ਵੀ ਲਓ ਜੀ ਇਹ ਤਾਂ ਉਹਨੇ ਆਪੇ ਹੀ ਭਰਮ 'ਚ ਪਾਇਆ, ਇਹ 'ਚ ਸਾਡਾ ਕੀ ਕਸੂਰ ਹੈ? ਇਹ ਤੇ ਉਹਨੇ ਹੀ ਭਟਕਣਾ ਵਿੱਚ ਪਾਇਆ ਹੋਇਆ, ਇਹਦੇ 'ਚ ਸਾਡਾ ਕੋਈ ਕਸੂਰ ਨਹੀਂ ਹੈ। ਸਾਨੂੰ ਕੋਈ ਨਾ ਮਾੜਾ ਆਖੇ, ਸਾਨੂੰ ਕੋਈ ਨਾ ਆਖੇ ਵੀ ਤੂੰ ਕੁੜਿਆਰ ਹੈ, ਤੂੰ ਤ੍ਰੈ ਗੁਣੀ ਮਾਇਆ ਵਿੱਚ ਫਸਿਆ ਹੋਇਆ, ਕਿਉਂਕਿ ਉਹ ਆਪ ਹੀ ਇਹਦੇ ਭਰਮ 'ਚ ਪਾਉਣ ਵਾਲਾ ਹੈ। ਇਹ ਇੱਕ ਸਟੇਜ ਹੈ ਜਿੱਥੇ ਜਾ ਕੇ ਇਸ ਗੱਲ ਨੂੰ ਸਮਝਣਾ ਹੈ ਆਪਾਂ। ਇਹ ਸੰਸਾਰ ਉਸ ਮਾਲਕ ਨੇ ਇਹ ਜੀਵ ਪੈਦਾ ਕੀਤੇ ਆ, ਆਪੇ ਹੀ ਜੀਵਨ ਦੇ ਰਿਹਾ, ਆਪੇ ਹੀ ਉਹਨਾਂ ਕੋਲੋਂ ਜੀਵਨ ਲੈ ਰਿਹਾ ਹੈ, ਔਰ ਆਪ ਹੀ ਉਹਨੇ ਇਹ ਤ੍ਰੈ ਗੁਣੀ ਕਿਉਂਕਿ ਖੇਡ ਤਾਂ ਹੀ ਬਣਨੀ ਆ ਨਾ। ਖੇਡ ਜਿਹੜੀ ਆ ਦੋ ਖਿਡਾਰੀ ਖੇਡ ਰਹੇ ਆ, ਹੁਣ ਉਹ ਦੋਵਾਂ ਖਿਡਾਰੀਆਂ ਵਿੱਚੋਂ ਇੱਕ ਨਹੀਂ ਜਿੱਤਣਾ। ਕੱਲਾ ਖਿਡਾਰੀ ਤੇ ਕੱਲਾ ਖੇਡ ਨਹੀਂ ਸਕਦਾ। ਕੋਈ ਐਸੀ ਖੇਡ ਜਿਹੜੀਆਂ ਉਹ ਇਕੱਲੇ ਸਾਨੂੰ ਦੋ ਟੀਮਾਂ ਵਿੱਚ ਹੀ ਖੇਡਣਾ ਪੈਣਾ ਹੈ। ਜਿੱਤ ਹਾਰ ਦਾ ਫੈਸਲਾ ਤੇ ਤਾਂ ਹੀ ਹੋਏਗਾ। ਦੋ ਰੂਪ ਹੀ ਮਾਲਕ ਨੇ ਦਿੱਤੇ ਆ, ਇੱਕ ਦਿਨ ਦਾ ਉਜਾਲਾ ਤੇ ਇੱਕ ਰਾਤ ਦਾ ਹਨੇਰਾ, ਇੱਕ ਸੂਰਜ ਤੇ ਇੱਕ ਚੰਦਰਮਾ। ਕਿਵੇਂ ਪਤਾ ਲੱਗੇਗਾ ਸੂਰਜ ਕੀ ਹੈ? ਇਹ ਚੰਦਰਮਾ ਨੂੰ ਦੇਖ ਕੇ ਹੀ ਪਤਾ ਲੱਗੇਗਾ। ਰਾਤ ਦਾ ਹਨੇਰਾ ਨਾ ਹੁੰਦਾ ਤੇ ਦਿਨ ਦੇ ਉਜਾਲੇ ਨੂੰ ਕਿਹਨੇ ਸਮਝਣਾ ਸੀ? ਜੇ ਮਿੱਠੇ ਫਲ ਦੇ ਨਾਲ ਕੌੜਾ ਫਲ ਨਾ ਹੁੰਦਾ ਤੇ ਮਿਠਾਸ ਦਾ ਕਿਵੇਂ ਪਤਾ ਲੱਗਣਾ ਸੀ? ਜੇ ਫੁੱਲ ਦੇ ਨਾਲ ਕੰਡਾ ਨਾ ਹੁੰਦਾ ਤੇ ਕੰਡਾ ਚੁੱਭਦਾ ਨਾ ਤੇ ਕਿਵੇਂ ਪਤਾ ਲੱਗਣਾ ਸੀ ਇਹ ਕੰਡਾ ਹੈ? ਕਿਉਂਕਿ ਫੁੱਲ ਤਾਂ ਚੁੱਭਦਾ ਹੀ ਨਹੀਂ। ਇਸ ਲਈ ਦੋ ਤਰ੍ਹਾਂ ਦੇ ਪ੍ਰਾਣੀ ਨੇ, ਇੱਕ ਗੁਰਮੁਖ ਇੱਕ ਮਨਮੁਖ, ਇੱਕ ਆਸਤਕ ਤੇ ਇੱਕ ਨਾਸਤਕ, ਇੱਕ ਕੁੜਿਆਰ ਤੇ ਇੱਕ ਸਚਿਆਰ। ਇਹ ਦੋ ਟੀਮਾਂ ਨੇ, ਇਹ ਦੋਵੇਂ ਖੇਡ ਰਹੀਆਂ। ਹੁਣ ਜਿੱਤਣਾ ਕਿਹਨੇ ਆ? ਜਿਹੜਾ ਗੁਰਮੁਖ ਹੋਏਗਾ।
ਜਿਹੜਾ ਗੁਰੂ ਦੇ ਸਨਮੁਖ ਹੋ ਕੇ ਉਹਦੀ ਖੇਡ ਨੂੰ ਸਮਝ ਲਏਗਾ। ਆਵਨ ਜਾਨ ਇੱਕ ਖੇਲ ਬਣਾਇਆ, ਇਹ ਖੇਲ ਹੀ ਹੈ ਕਿ ਕਿਸ ਤਰ੍ਹਾਂ ਇਸ ਖੇਡ ਨੂੰ ਜਿੱਤ ਕੇ ਜਾਣਾ ਹੈ। ਤੇ ਜੇ ਆਪਾਂ ਗੁਰਮੁਖ ਨੂੰ ਸਮਝਾਵਾਂਗੇ ਤਾਂ ਮਨਮੁਖ ਦੀ ਪਰਿਭਾਸ਼ਾ ਦੇ ਕੇ ਹੀ ਸਮਝਾਇਆ ਜਾਣਾ। ਜੇ ਆਪਾਂ ਰਾਮ ਦੀ ਗੱਲ ਕਰਾਂਗੇ ਤੇ ਰਾਵਣ ਦੀ ਗੱਲ ਕਰਕੇ ਹੀ ਸਮਝਾਇਆ ਜਾਣਾ। ਜੇ ਅਸੀਂ ਇਤਿਹਾਸ ਵਿੱਚ ਗੁਰੂ ਸਾਹਿਬ ਦੀ ਗੱਲ ਕਰਾਂਗੇ ਤੇ ਫਿਰ ਸਾਨੂੰ ਨਾਲ ਬਾਬਰ ਦੀ ਵੀ ਗੱਲ ਕਰਨੀ ਪੈਣੀ ਹੈ, ਸਾਨੂੰ ਅਕਬਰ ਦੀ ਵੀ ਗੱਲ ਕਰਨੀ ਪੈਣੀ ਹੈ, ਸ਼ਾਹਜਹਾਂ ਦੀ ਗੱਲ ਵੀ ਕਰਨੀ ਪੈਣੀ, ਔਰੰਗਜ਼ੇਬ ਦੀ ਵੀ ਗੱਲ ਕਰਨੀ ਪੈਣੀ ਹੈ। ਤਾਂ ਹੀ ਪਤਾ ਲੱਗਣਾ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਇੰਨੀਆਂ ਜੰਗਾਂ ਕਿਉਂ ਕੀਤੀਆਂ, ਕਾਹਦੇ ਲਈ ਕੀਤੀਆਂ। ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ 4 ਜੰਗਾਂ ਕੀਤੀਆਂ, ਕਾਹਦੇ ਲਈ ਕੀਤੀਆਂ। ਇਹ ਸ਼ਾਹਜਹਾਂ ਨੂੰ ਵਿੱਚ ਰੱਖਣਾ ਪੈਣਾ ਹੈ। ਤਾਂ ਫਿਰ ਇਹ ਪਤਾ ਗੁਰੂ ਸਾਹਿਬ ਤੁਸੀਂ ਇਹ ਖੰਡੇ ਦੀ ਪੌਲ ਦੇ ਕੇ ਖਾਲਸਾ ਪੰਥ ਸਾਜਿਆ, ਕਾਹਦੇ ਲਈ ਸਾਜਿਆ। ਇਹ ਦੁਨੀਆ ਦਾ ਮਾਹੌਲ ਦੱਸਣਾ ਪੈਣਾ। ਇਹ ਹੋਲੀ ਵਿੱਚੋਂ ਕੱਢ ਕੇ ਹੋਲਾ ਮਹੱਲਾ ਕਿਉਂ ਦਿੱਤਾ ਹੈ, ਇਹ ਸਮਝਣਾ ਪੈਣਾ ਸਾਨੂੰ। ਹੋਲੀ ਤੋਂ ਬਾਅਦ ਹੋਲਾ ਮਹੱਲਾ ਕਿਉਂ ਦਿੱਤਾ, ਹੋਲੀ ਨੂੰ ਸਮਝਣਾ ਪੈਣਾ, ਫਿਰ ਹੋਲਾ ਮਹੱਲਾ ਸਮਝ ਵਿੱਚ ਆਉਣਾ ਹੈ। ਇਸ ਲਈ ਦੋਵੇਂ ਜਿਹੜੇ ਨੇ ਸਮਝ ਕੇ ਚੱਲਣਾ ਪੈਣਾ। ਸਾਹਿਬ ਜੀ ਕਹਿੰਦੇ ਉਹਨੇ ਇਹ ਸੰਸਾਰ ਆਪ ਹੀ ਬਣਾਇਆ ਔਰ ਇਸ ਸੰਸਾਰ ਵਿੱਚ ਤੁਹਾਨੂੰ ਆਪ ਹੀ ਭਰਮ ਭੁਲਾਇਆ ਹੈ, ਪਰ ਨਾਲ ਨਾਲ ਆਪੇ ਹੀ ਮਤ ਦੇ, ਉਹ ਮਤ ਵੀ ਆਪ ਹੀ ਦੇ ਰਿਹਾ ਹੈ। ਫਿਰ ਬੇਨਤੀ ਕਰਾਂ ਕਿ ਕਿਉਂ ਕਹਿ ਰਹੇ ਆ ਵੀ ਹਰ ਗੁਰ ਸ਼ਰਨਾਈ ਭੱਜ ਪਾਓ, ਕਿਉਂਕਿ ਸਾਹਿਬ ਕਹਿੰਦੇ ਆ ਵੀ ਜੇ ਤੈਨੂੰ ਭਰਮ ਵਿੱਚ ਪਾਇਆ ਨਾ ਤੇ ਇਹਦੇ ਵਿੱਚੋਂ ਨਿਕਲਣ ਦਾ ਰਸਤਾ ਵੀ ਤੈਨੂੰ ਦਿੱਤਾ ਹੈ ਕਿ ਤੂੰ ਭੱਜ ਕੇ ਗੁਰੂ ਦੀ ਸ਼ਰਨ ਵਿੱਚ ਆ ਜਾ, ਫਿਰ ਦੁਬਾਰਾ ਨਹੀਂ ਤੂੰ ਇਸ ਭਰਮ ਜਾਲ ਵਿੱਚ ਫਸਦਾ। ਪਰ ਹਿੰਮਤ ਤੈਨੂੰ ਕਰਨੀ ਪੈਣੀ ਹੈ, ਹਿੰਮਤ ਕਰਕੇ ਗੁਰੂ ਦੀ ਸ਼ਰਨ ਵਿੱਚ ਆਉਣਾ ਪੈਣਾ, ਮੁੜ ਕੇ ਨਹੀਂ ਤੂੰ ਇਸ ਭਰਮ ਜਾਲ ਵਿੱਚ ਫਸਦਾ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਹੁਣ ਪਹਿਲਾਂ ਸ਼ਬਦ ਵਿੱਚ ਤੇ ਆਪ ਮਰਨਾ ਪੈਣਾ ਨਾ, ਮੁੜ ਕੇ ਗੁਰੂ ਸਾਹਿਬ ਨੇ ਤੁਹਾਨੂੰ ਵਿਕਾਰਾਂ 'ਚ ਮਰਨ ਨਹੀਂ ਦੇਣਾ। ਸ਼ਬਦ ਤਾਂ ਆਪ ਹੀ ਕਮਾਉਣਾ ਪੈਣਾ ਨਾ ਪਹਿਲਾਂ। ਜੇ ਸ਼ਬਦ ਨੂੰ ਕਮਾਵਾਂਗੇ ਅਗਲੀ ਖੇਡ ਤਾਂ ਬਣਨੀ ਹੈ। ਅਸੀਂ ਕਹਿੰਦੇ ਨਹੀਂ ਪਹਿਲਾਂ ਤੁਸੀਂ ਸਾਡੇ ਤੇ ਕਿਰਪਾ ਕਰੋ ਫਿਰ ਸ਼ਬਦ ਕਮਾਵਾਂਗੇ, ਇਹ ਨਹੀਂ ਹੋਣਾ। ਅਸੀਂ ਕਦੇ ਕਾਲਜ ਨੂੰ ਕਿਹਾ ਵੀ ਪਹਿਲਾਂ ਡਿਗਰੀ ਦਿਓ, ਪੜ੍ਹਾਈ ਬਾਅਦ 'ਚ ਕਰਾਂਗੇ। ਅਸੀਂ ਕਦੇ ਸਕੂਲ ਨੂੰ ਕਿਹਾ ਵੀ ਸਰਟੀਫਿਕੇਟ ਪਹਿਲਾਂ ਦਿਓ ਤੇ ਪੜ੍ਹਾਈ ਬਾਅਦ ਵਿੱਚ ਕਰਾਂਗੇ। ਉਹਨਾਂ ਕਹਿੰਦਾ ਪਹਿਲਾਂ ਪੜ੍ਹਾਈ ਕਰ, ਸਰਟੀਫਿਕੇਟ ਬਾਅਦ 'ਚ ਮਿਲੇਗਾ। ਪਹਿਲਾਂ ਪੜ੍ਹਾਈ ਕਰ ਫਿਰ ਤੈਨੂੰ ਡਿਗਰੀ ਮਿਲੇਗੀ, ਪਹਿਲਾਂ ਕਿੱਦਾਂ ਦੇ ਦਈਏ। ਇਸੇ ਤਰ੍ਹਾਂ ਮਾਰੇ ਕਹਿੰਦੇ ਪਹਿਲਾਂ ਹਿੰਮਤ ਤਾਂ ਕਰ, ਉਦਮ ਤਾਂ ਕਰ, ਗੁਰੂ ਦੀ ਸ਼ਰਨ ਵਿੱਚ ਆ ਕੇ ਸ਼ਬਦ ਦੀ ਕਮਾਈ ਤਾਂ ਕਰ। ਅੱਗੋਂ ਮਾਲਕ ਦੀ ਮੌਜ ਹੈ, ਅੱਗੋਂ ਮਾਲਕ ਨੇ ਕਿਰਪਾ ਕਰਨੀ ਹੈ। ਇਸ ਲਈ ਸਤਿਗੁਰੂ ਮਹਾਰਾਜ ਨੇ ਆਖਿਆ ਇਹ ਆਪ ਹੀ ਉਹਨੇ ਇਹ ਭਰਮ ਜਾਲ ਮਾਇਆਵੀ ਬਣਾਇਆ ਤ੍ਰੈ ਗੁਣ ਦਾ, ਪਰ ਉਹਨੇ ਮਤ ਵੀ ਤਾਂ ਆਪ ਹੀ ਦਿੱਤੀ ਹੈ। ਬੜੀ ਵਾਰ ਜ਼ਿਕਰ ਕੀਤਾ ਵੀ ਜਿਸ ਗੁਰੂ ਦੇ ਚਰਨੀ ਲੱਗਿਆ, ਇਹ ਸਾਡੇ ਬਜ਼ੁਰਗਾਂ ਨੇ, ਵੱਡੇ ਵਡੇਰਿਆਂ ਨੇ ਜਾਂ ਜਠੇਰਿਆਂ ਨੇ ਨਹੀਂ ਬਣਾਇਆ ਇਹ ਗੁਰੂ। ਜਿਸ ਗੁਰੂ ਦੀ ਸ਼ਰਨ ਵਿੱਚ ਆਪਾਂ, ਕਿਉਂਕਿ ਆ ਬੜੇ ਸੰਸਾਰ ਵਿੱਚ ਜਠੇਰੇ ਇਹ ਤਾਂ ਸਾਡੇ ਜਿਹੜੇ ਵੱਡੇ ਸਨ ਉਹਨਾਂ ਨੇ ਪਰ ਜਦੋਂ ਸਿਖਰ ਤੇ ਜਾਓਗੇ ਪਤਾ ਹੀ ਨਹੀਂ ਲੱਗਣਾ ਵੀ ਪਿਛੋਕੜ ਕੀ ਹੈ। ਪਰ ਜਿਸ ਗੁਰੂ ਨਾਲ ਜੁੜੇ ਹੋ, ਇਹ ਅਕਾਲ ਪੁਰਖ ਨੇ ਆਪ ਹੀ ਮਤ ਦੇਣ ਵਾਸਤੇ ਬਣਾਇਆ। ਆ ਪੰਕਤੀ ਕਲੀਅਰ ਕਰਤੀ ਗੁਰੂ ਰਾਮਦਾਸ ਜੀ ਨੇ। ਇੱਕ ਪਾਸੇ ਗੁਰੂ ਸਾਹਿਬ ਕਹਿ ਰਹੇ ਆ ਵੀ ਤੁਸੀਂ ਹਰ ਗੁਰ ਸ਼ਰਨਾਈ ਭੱਜ ਪਾਓ, ਔਰ ਦੂਜੇ ਪਾਸੇ ਕਹਿ ਰਹੇ ਆ ਹਰ ਆਪੇ ਭਰਮ ਭੁਲਾਏਂਦਾ, ਹਰ ਆਪੇ ਹੀ ਮਤ ਦੇ। ਉਹ ਮਤ ਕਿਹੜੀ ਦੇ ਰਿਹਾ, ਤੂੰ ਗੁਰੂ ਦੀ ਸ਼ਰਨ ਵਿੱਚ ਆ। ਜਿਹੜਾ ਹਰ ਗੁਰ ਹੋਵੇ, ਕੱਲਾ ਗੁਰ ਨਹੀਂ, ਹਰੀ ਗੁਰੂ ਹੋਵੇ, ਪਰਮੇਸ਼ਵਰ ਦਾ ਬਣਾਇਆ ਹੋਇਆ ਗੁਰੂ। ਉਹ ਕੌਣ ਹੈ, ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਉਹ ਕਿਹੜਾ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ। ਤੇ ਬਾਣੀ ਕਿੱਥੋਂ ਆਈ ਹੈ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ। ਇਹ ਧੁਰੋਂ ਆਇਆ ਹੋਇਆ ਗੁਰੂ ਹੈ, ਇਹ ਧੁਰੋਂ ਆਇਆ ਹੋਇਆ ਗੁਰੂ ਹੈ, ਜਿਹਦਾ ਪ੍ਰਕਾਸ਼ ਹਰੀ ਦੇ ਮੰਦਰ ਵਿੱਚ ਕੀਤਾ ਗਿਆ ਸਭ ਤੋਂ ਪਹਿਲਾਂ। ਜਿਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝ ਲਓਗੇ, ਇਹ ਸਾਡੇ ਝਗੜੇ, ਵਾਦ ਵਿਵਾਦ, ਇਹ ਧਰਮਾਂ ਦੇ ਨਾਮ ਤੇ ਕਤਲੇਆਮ,
ये नफरत सब खत्म हो जाएगी। पर बंदा कहता नफरत नहीं खत्म करनी, गुरु नूं खत्म कर दिओ। बंदा कहता धर्मां दे नाम ते लड़ना खत्म नहीं करना, गुरु दा ज्ञान खत्म कर दिओ। ताई ते कोशिशां हुंदियां ने। क्यों हुंदियां ने? क्योंकि असी धर्मां दे नाम ते लड़ना नहीं, असी खत्म करना, असी गुरु दा ज्ञान भावें खत्म, पर वो होना नहीं साडे कोलों। साडे तो पहला अज जिस समाज विच रह रहे हैं, इस तो पहला किन्नियां ने जोर ला लिया, किन्नियां ने कोशिश कर लई। गुरु अर्जन देव पातशाह तो ही शुरू हुई है ये खेड। गुरु अर्जन देव जी नूं आख्या सी बाणी विच साडी रला लो, मारे कहंदे सी ये नहीं हो सकदा, ये नहीं हो सकदा। असी बाणी विच होर खटास नहीं इहदे विच पा सकदे, ये अमृत बाणी है। अमृत बाणी च खटास किदां पा दईए? उन्हें आख्या ठीक है, फिर तती तवी ते बहन नूं मंजूर हो जाओ, अपना मंजूर कर लो भी असी तुहानूं तती तवी ते बिठा देंगे। मारे कहंदे तती तवी ते बिठा दिओ, पर अमृत बाणी विच खटास नहीं पैदा हो सकदी। गुरु अर्जन देव पातशाह दा शहादत जिहड़ी है वो सानूं चेते रखनी पैनी है, क्योंकि एडी वड्डी शहादत कादे लई है? सानूं गुरु ग्रंथ साहिब जी दे लड़ लाउण वास्ते है। गुरबाणी का ज्ञान, उहदी ज्ञान की रोशनी विच चलण लई गुरु साहब ने आप तती तवी ते बैठ के शहादत का जाम पीता। इसलिए ये गुरबाणी का ज्ञान खत्म करने वास्ते कोशिशां उदों भी होईयां, अज भी होईयां, पर यह वो ज्ञान है जिहड़ा कदे ना मुक्कण वाला। ये वो धन है अखुट जिहड़ा कदे भी मुकदा नहीं है। ये वो रस है जिन्हों कोई नहीं मिटा सकता दुनिया दे अपना बल अपनी मत दे नाल। इसलिए मारे कहंदे तू आ गुरु दी शरण च भज के आ। ये मत भी तो उन्हें आप ही दिती है, ये गुरबाणी भी तो उस मालिक ने आप ही दिती। कादे लई दिती है? सानू इस मायावी जाल तो बचण वास्ते, इहदी भटकणा तो बचण वास्ते, कच्चे रंगां तो बचण वास्ते, विकारां दे दाग धब्बियां तो बचण वास्ते सानू ये गुरबाणी दिती है। जीवन कैसे हुंदे सी रंग रतड़ियां रूहां दे, अज असी उन्हां दा इतिहास बना के दुनिया नूं सुणाउंदे हां, पर आप अज किहड़े पासे तुरे जाने हां? असी साडा इतिहास बन जाएगा जिहड़े अज असी रंगां दे विच रंगे पए हां। अज लोड़ है सानू बचपन तो ही गुड़तियां देनियां शुरू कर दिओ। जे अपने पुत पोते पड़पोतरियां तक जे तुसी नाम दी रंगत वेखना चाहुंदे हो, तां जे इन्हां नूं गुरु वाले बणिया वेखना चाहुंदे हो, समा ना गवाओ, बचपन तो पहले दिन तो ही शुरू कर दिओ। ये मत समझो कि इनू लाडां नाल प्यार नाल पालना है, इहदी हर जरूरत पूरी करनी है। जदों जवान होएगा आपे ही गुरु वाला नहीं, फिर तो अरदासां जोगे ही रह जाने आ। साडे धीआं पुत्तर गुरु घर नहीं आउंदे, भाई साहब अरदास करो। क्यों कहने आपां? साडे धीआं पुत्तरां लई अरदास करो। मापे रोंदे ने इत्थे आके, रो रो के कहते आ भी साडे बच्चियां दी अरदास करो। वो गुरु घर वल मूँह नहीं करते। ये साडियां कमजोरियां ने, सानू जन्म तो ही गुड़ती शुरू करनी पैनी है। अज असी आप भी मायावी रंगां विच रंगे गए, दुनिया दे फैशन विच असी गुम हो गए, अपने आप नू गुम कर लिया। अपने जीवन विच झाती मारीए, अपनी पछाण नू जे कायम रखना ना, ते सानू पहला दिन ही क्यों, जदों माता दे पेट नू भाग, कुख नू भाग लगदा है, उसे दिन तो शुरू करो, उसे दिन तो शुरू करो। पूता माता की आसीस, निमख ना बिसरो तुमको हर हर, सदा भजो जगदीश। जे देखना चाहते हो, नहीं तो अज देख रहे हैं चेहरे साडे हुलीए किदां दे बनते जा रहे हैं। गुरु साहब महाराज जी किरपा करन साडे ते। साहब कहते ने ये सच है, हर आपे आप उपाएंदा आपे देवै ले, हर आपे भरम भुलाएंदा। ये सच है, पर हर आपे ही मत दे, ये भी सच है कि वो गुरु दे राही, गुरबाणी दे राही मत भी दे रहा है कि तुसी अपनी जिंदगी दी बाजी नूं किस तरह ये जित के जाना है। गुरमुखा मन प्रगास है, से विरले कई के,
ਹਉ ਬਲਿਹਾਰੀ ਤਿਨ ਕੋ ਜਿਨ ਹਰ ਪਾਇਆ ਗੁਰਮਤਿ। ਹੁਣ ਜਿਨ੍ਹਾਂ ਨੂੰ ਆ ਗਈ ਸਮਝ ਕਿ ਆਪੇ ਹੀ ਉਹ ਮੱਤ ਦਿੰਦਾ ਹੈ, ਪਰ ਦਿੰਦਾ ਗੁਰੂ ਦੇ ਰਾਹੀਂ ਹੈ, ਫਿਰ ਭੱਜ ਕੇ ਆ ਗਏ ਸਤਿਗੁਰੂ ਦੀ ਸ਼ਰਨ 'ਚ ਬਿਨਾਂ ਸਮਾਂ ਗਵਾਇਆ। ਬਿਨਾਂ ਸਮਾਂ ਗਵਾਇਆ ਭੱਜ ਕੇ ਗੁਰੂ ਦੀ ਸ਼ਰਨ ਵਿੱਚ ਆ ਗਏ। ਆ ਕੇ ਅਰਦਾਸ ਕੀਤੀ, ਗੁਰੂ ਸਾਹਿਬ ਤੁਹਾਡੀ ਸ਼ਰਨ 'ਚ ਆਏ ਆ, ਸਾਡੀ ਲਾਜ ਰੱਖ ਲਓ, ਸਾਡੀ ਬਾਂਹ ਪਕੜ ਕੇ ਇਸ ਭਵਜਲ ਵਿੱਚੋਂ ਕੱਢ ਲਓ। ਤੇ ਫਿਰ ਗੁਰੂ ਸਾਹਿਬ ਨੇ ਕਿਰਪਾ ਕੀਤੀ। ਗੁਰਮੁਖਾਂ ਮਨ ਪਰਗਾਸ ਹੈ। ਜਿਨ੍ਹਾਂ ਨੇ ਮੁਖ ਮਨ ਦਾ ਗੁਰੂ ਵੱਲ ਕੀਤਾ, ਉਹਨਾਂ ਦੇ ਮਨ ਵਿੱਚ ਪ੍ਰਕਾਸ਼ ਹੋ ਗਿਆ, ਉਹਨਾਂ ਦੇ ਮਨ ਵਿੱਚੋਂ ਅਗਿਆਨਤਾ ਦਾ ਹਨੇਰਾ ਨਿਕਲ ਗਿਆ। ਪਰ ਜਿਹੜੇ ਗੁਰਮੁਖ ਜਿਨ੍ਹਾਂ ਦੇ ਮਨ ਵਿੱਚ ਪ੍ਰਕਾਸ਼ ਹੈ ਨਾ, ਸੇ ਵਿਰਲੇ ਕਈ ਕੇ, ਕਈਆਂ ਵਿੱਚੋਂ ਉਹ ਵਿਰਲੇ ਹੀ ਨੇ। ਫਿਰ ਬੇਨਤੀ ਕਰਾਂ, ਗੁਰਮੁਖ ਤਾਂ ਬੜੇ ਨਜ਼ਰ ਆਉਂਦੇ ਮੇਰੇ ਸਮੇਤ, ਪਰ ਮਨਾਂ ਵਿੱਚ ਪ੍ਰਕਾਸ਼ ਕਿਹਨਾਂ ਕਿਹਨਾਂ ਦੇ ਹੈ? ਕਿਹਨਾਂ ਦੇ ਮਨ ਵਿੱਚ ਪ੍ਰਕਾਸ਼ ਹੈ? ਵਿਰਲੇ ਨੇ ਉਹ। ਜੇ ਜਿੰਨੇ ਆਪਾਂ ਗੁਰਮੁਖ ਨਜ਼ਰ ਆਉਂਦੇ ਆ ਨਾ, ਜੇ ਸਾਰਿਆਂ ਦੇ ਮਨਾਂ 'ਚ ਪ੍ਰਕਾਸ਼ ਹੋ ਜਾਏ ਤੇ ਹੁਲੀਏ ਨਾ ਬਦਲ ਜਾਣ, ਸਾਡਾ ਰੂਪ ਰੰਗ ਨਾ ਬਦਲ ਜਾਏ, ਸਾਡਾ ਰਹਿਣ ਸਹਿਣ ਦਾ ਢੰਗ ਤਰੀਕਾ ਨਾ ਬਦਲ ਜਾਏ। ਅਸੀਂ ਗੁਰਮੁਖ ਨਜ਼ਰ ਆਉਂਦੇ ਜ਼ਰੂਰ ਆ, ਪਰ ਮਨਾਂ 'ਚ ਪ੍ਰਕਾਸ਼ ਕੋਈ ਨਹੀਂ ਮਾਫ ਕਰਨਾ। ਇਹ ਵਿਰਲਿਆਂ ਵਿੱਚ ਹੈ। ਇਹ ਗੁਰੂ ਸਾਹਿਬ ਜੀ ਨੇ ਇਹ ਮੋਹਰ ਲਾ ਦਿੱਤੀ ਹੈ। ਮਾਰੇ ਕਹਿੰਦੇ ਗੁਰਮੁਖਾਂ ਮਨ ਪਰਗਾਸ ਹੈ, ਸੇ ਵਿਰਲੇ ਕਈ ਕੇ। ਸੇ ਮਨੇ ਉਹ ਜਿਨ੍ਹਾਂ ਦੇ ਮਨਾਂ 'ਚ ਪ੍ਰਕਾਸ਼ ਹੋ ਗਿਆ ਗੁਰਬਾਣੀ ਦਾ। ਜਿਹੜੇ ਅਸਲ ਗੁਰਮੁਖ ਨੇ ਉਹ ਵਿਰਲੇ ਹੀ ਨੇ। ਤੇ ਜਿਹੜੇ ਵਿਰਲੇ ਨੇ, ਹਉ ਬਲਹਾਰੀ ਤਿੰਨ ਕੋ, ਮੈਂ ਉਹਨਾਂ ਤੋਂ ਬਲਹਾਰੇ ਜਾਵਾਂ, ਮੈਂ ਉਹਨਾਂ ਤੋਂ ਸੱਦ ਕੇ ਜਾਵਾਂ। ਐਸੇ ਵੀ ਗੁਰਮੁਖ ਦਿਸਦੇ ਆ ਜਿਨ੍ਹਾਂ ਦੇ ਹੱਥਾਂ ਵਿੱਚ ਕੜਾ ਵੀ ਹੁੰਦਾ ਤੇ ਧਾਗੇ ਵੀ ਹੁੰਦੇ ਆ। ਇਹ ਗੁਰਮੁਖ ਦੀ ਨਿਸ਼ਾਨੀ ਹੈ। ਜਿਨ੍ਹਾਂ ਨੇ ਅੰਮ੍ਰਿਤ ਖੰਡੇ ਦੀ ਪੌਲ ਵੀ ਲਈ ਹੁੰਦੀ ਹੈ ਤੇ ਮੜੀਆਂ ਮਸਾਣਾ ਅੱਗੇ ਵੀ ਝੁਕੇ ਹੁੰਦੇ ਆ, ਆ ਗੁਰਮੁਖ ਦੀ ਨਿਸ਼ਾਨੀ ਹੈ। ਇਹਨਾਂ ਤੋਂ ਨਹੀਂ ਗੁਰੂ ਸਾਹਿਬ ਬਲਹਾਰੇ ਜਾ ਰਹੇ। ਸਾਹਿਬ ਜੀ ਕਹਿੰਦੇ ਆ, ਜਿਨ੍ਹਾਂ ਨੇ ਸਤਿਗੁਰੂ ਦੀ ਆਗਿਆ ਨੂੰ ਸਤ ਸਤ ਕਰਕੇ ਮੰਨਿਆ ਹੈ, ਉਹਨਾਂ ਤੋਂ ਬਲਹਾਰੇ ਜਾਂਦੇ ਆ। ਇਹੋ ਜਿਹਾ ਤੇ ਨਹੀਂ ਜਿਨ੍ਹਾਂ ਦਾ ਅੱਜ ਮੂੰਹ ਕਿਤੇ ਆ, ਕੱਲ ਕਿਤੇ ਆ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ, ਹਉ ਬਲਹਾਰੀ ਤਿੰਨ ਕੋ ਜਿਨ ਹਰ ਪਾਇਆ ਗੁਰਮਤੇ। ਗੁਰਮਤੇ ਗੁਰੂ ਦੀ ਮੱਤ ਨਾਲ ਜਿਨ੍ਹਾਂ ਨੇ ਹਰੀ ਨੂੰ ਪਾ ਲਿਆ, ਪਰਮੇਸ਼ਵਰ ਨੂੰ ਪਾ ਲਿਆ, ਗੁਰੂ ਦੀ ਮੱਤ ਲੈ ਕੇ ਮੈਂ ਉਹਨਾਂ ਤੋਂ ਬਲਹਾਰੇ ਜਾਵਾਂ ਜੀ। ਜਨ ਨਾਨਕ ਕਮਲ ਪਰਗਾਸਿਆ, ਮਨ ਹਰ ਹਰ ਮੁਠੜਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਇਹ ਗੱਲ ਮੈਂ ਐਵੇਂ ਨਹੀਂ ਕਹਿ ਰਿਹਾ। ਬੜੀ ਵੱਡੀ ਗੱਲ ਕਹੀ ਗੁਰੂ ਸਾਹਿਬ ਨੇ। ਕਹਿੰਦੇ ਮੈਂ ਐਵੇਂ ਨਹੀਂ ਕਹਿ ਰਿਹਾ। ਜਨ ਨਾਨਕ, ਕੱਕੇ ਨੂੰ ਸਿਹਾਰੀ ਨਾਨਕ ਨੇ ਆਪਣੀ ਗੱਲ ਵਿੱਚ ਕਰ ਰਹੇ ਆ। ਕਹਿੰਦੇ ਗੁਰੂ ਰਾਮਦਾਸ ਜੀ ਨੇ ਜਨ ਬਣ ਕੇ ਕਮਲ ਪ੍ਰਗਾਸਿਆ। ਆਪਣੇ ਅੰਦਰ ਦਾ ਕਮਲ ਜਿਹੜਾ ਸੀ ਉਹਨੂੰ ਖੇੜੇ ਵਿੱਚ ਲਿਆਂਦਾ। ਗੁਰੂ ਸਾਹਿਬ ਕਹਿੰਦੇ ਮੈਂ ਪਹਿਲਾਂ ਆਪ ਭੱਜ ਕੇ ਗੁਰੂ ਦੀ ਸ਼ਰਨ 'ਚ ਆਇਆ, ਬਿਨਾਂ ਸਮਾਂ ਗਵਾਇਆ। ਫਿਰ ਬੇਨਤੀ ਕਰਾਂ, ਭੱਜ ਕੇ ਦਾ ਮਤਲਬ ਰੇਸ ਲਾ ਕੇ ਨਹੀਂ ਆਉਣਾ, ਦੌੜ ਲਾ ਕੇ ਨਹੀਂ ਆਉਣਾ ਵੀ ਮੈਂ ਪਹਿਲਾਂ ਪਹੁੰਚਣਾ ਹੈ। ਦੌੜ ਲਾ ਕੇ ਨਹੀਂ ਆਉਣਾ ਵੀ ਹਾਂ ਮੈਂ ਸਭ ਤੋਂ ਅੱਗੇ ਬੈਠਣਾ। ਨਹੀਂ, ਇੱਥੇ ਤਾਂ ਜਿੱਥੇ ਜਿਹਨੂੰ ਜਗ੍ਹਾ ਮਿਲ ਗਈ ਟਿਕ ਕੇ ਬੈਠ ਜਾਏ। ਪਰ ਇੱਥੇ ਭੱਜ ਕੇ ਦਾ ਅਰਥ ਹੈ ਬਿਨਾਂ ਸਮਾਂ ਗਵਾਇਆ ਆਪਣੀ ਜ਼ਿੰਦਗੀ ਦਾ। ਇੱਥੇ ਕਹਿੰਦੇ ਨੇ ਮੈਂ ਵੀ ਗੁਰੂ ਦੀ ਸ਼ਰਨ ਵਿੱਚ ਆਇਆ ਤੇ ਜਨ ਨਾਨਕ, ਕੱਕੇ ਨੂੰ ਸਿਹਾਰੀ ਨੇ, ਗੁਰੂ ਜੀ ਆਪਣੀ ਗੱਲ ਕਰਦੇ ਆ, ਕਮਲ ਪ੍ਰਗਾਸਿਆ ਮਨ ਹਰ ਹਰ ਉਠੜਾ। ਇਹ ਮੇਰਾ ਮਨ ਤੇ ਅੰਦਰੋਂ ਖਿੜਿਆ ਪਿਆ ਹੈ। ਮੇਰਾ ਮਨ ਕਮਲ ਦੀਆਂ ਪੰਖੜੀਆਂ ਵਾਂਗੂ ਖਿੜਿਆ ਪਿਆ। ਨਾਨਕ ਭਗਤਾਂ ਸਦਾ ਵਿਗਾਸ, ਸਦਾ ਵਿਗਾਸ ਅੰਦਰ ਬਣਿਆ ਪਿਆ ਹੈ। ਕਦੋਂ ਬਣਿਆ? ਜਦੋਂ ਮੈਂ ਗੁਰੂ ਦੀ ਸ਼ਰਨ ਵਿੱਚ ਆ ਕੇ ਇਹ ਬਖਸ਼ਿਸ਼ਾਂ ਲੈ ਲਈਆਂ। ਤੇ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਵੀ ਇਹੀ ਕਹਿਣਾ, ਗੁਰੂ ਕੇ ਪਿਆਰਿਓ, ਬਿਨਾਂ ਸਮਾਂ ਗਵਾਇਆ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੀ ਮੱਤ ਲੈ ਲਓ। ਤੇ ਗੁਰੂ ਦੀ ਮੱਤ ਲੈ ਕੇ ਤੁਸੀਂ ਵੀ ਅੰਦਰੋਂ ਨਾਮ ਦੇ ਰੰਗ ਵਿੱਚ ਰੰਗੇ ਜਾਓ। ਇਹ ਵਿਕਾਰ, ਇਹ ਦੁੱਖ, ਇਹਨਾਂ ਸਾਰਿਆਂ ਤੋਂ ਛੁਟਕਾਰਾ ਹੋ ਜਾਏਗਾ। ਜਿਹੜੇ ਤਾਂ ਗੁਰੂ ਵਾਲੇ ਬਣ ਕੇ ਮੁਬਾਰਕ ਹੈ। ਜਿਹੜੇ ਗੁਰੂ ਦੀ ਮੱਤ ਲੈ ਕੇ ਚੱਲਦੇ ਆ ਮੁਬਾਰਕ ਹੈ। ਜਿਹੜੇ ਹਜੇ ਭਟਕੇ ਫਿਰਦੇ ਨੇ ਦੁਨੀਆ ਦੇ ਵਿੱਚ,
ਉਹਨਾਂ ਨੂੰ ਬੇਨਤੀ ਹੈ ਵੀ ਆਜੋ ਬਿਨਾਂ ਸਮਾਂ ਗਵਾਇਆ ਆਪਣੇ ਬੱਚਿਆਂ ਨੂੰ ਹੀ ਗੁਰੂ ਦੀ ਮੱਤ ਤੇ ਗੁਰੂ ਦੇ ਨਾਮ ਰੰਗ ਵਿੱਚ ਰੰਗਣਾ ਸ਼ੁਰੂ ਕਰ ਦਿਓ ਤੇ ਗੁਰੂ ਦੀ ਸ਼ਰਨ ਵਿੱਚ ਆ ਕੇ ਅਰਦਾਸਾਂ ਕਰੋ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸੱਜਣ ਸੋਹੇਲੇ, ਤੁਮ ਹੀ ਸੱਜਣ ਸੋਹੇਲੇ। ਰਾਖੋ ਰਾਖਣ ਹਾਰ ਦਇਆਲਾ, ਰਾਖੋ ਰਾਖਣ ਹਾਰ ਦਇਆਲਾ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ। ਇਹ ਅਰਦਾਸ ਕਰੀਏ, ਗੁਰੂ ਵਾਲੇ ਬਣੀਏ, ਗੁਰੂ ਦੀ ਮੱਤ ਅਨੁਸਾਰ ਚੱਲੀਏ ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਮਿਹਰ ਦਾ ਹੱਥ ਰੱਖਣ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਗੁਰੂ ਸਾਹਿਬ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਹਉ ਬਲਿਹਾਰੀ ਤਿਨ ਕੋ, ਜਿਨ ਹਰ ਪਾਇਆ ਗੁਰਮਤਿ। ਜਨ ਨਾਨਕ ਕਮਲ ਪ੍ਰਗਾਸਿਆ, ਮਨ ਹਰ ਹਰ ਵਠੜਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।